ਮਰਨ ਮੁਨਸਾ ਸੂਰਿਆਂ ਹੱਕ ਹੈ। ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੈ ਆਖੀਐ। ਦਰਗਹਿ ਪਾਵੈ ਸਾਚੀ ਮਾਣੋ, ਦਰਗਹਿ ਮਾਣ ਪਾਵੈ ਪਤ ਸਿਉ ਜਾਵੈ। ਆਗੈ ਦੁਖ ਨਾ ਲਾਗੈ, ਕਰ ਏਕ ਧਿਆਵੈ ਤਾਂ ਫਲ ਪਾਵੈ। ਜਿਤ ਸੇਵਿਐ ਭਉ ਭਾਗੈ, ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ। ਆਪੈ ਜਾਣੈ ਜਾਣੋ, ਮਰਨ ਮੁਨਸਾ ਸੂਰਿਆਂ ਹੱਕ ਹੈ। ਜੋ ਹੋਏ ਮਰੈ ਪਰਵਾਣੋ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਰੱਬੀ ਗਿਆਨ ਦੇ ਸਾਗਰ, ਸਾਂਝੀਵਾਲਤਾ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਆਪਣੇ ਅਮੀਰ ਖਾਲਸਾਈ ਵਿਰਸੇ ਨੂੰ ਸੰਭਾਲਦਿਆਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਅਕਾਲ ਸੇਵਾ ਸੁਸਾਇਟੀ ਦਤਾਰਪੁਰ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੂੰ ਮਾਲਕ ਨੇ ਪ੍ਰੇਰਨਾ ਉਦਮ ਬਖਸ਼ਿਸ਼ ਕੀਤਾ, ਅੱਜ ਦੇ ਇਹ ਗੁਰਮਤਿ ਸਮਾਗਮ ਜਿਸ ਵਿੱਚ ਦਾਸ ਤੋਂ ਪਹਿਲਾਂ ਉਹ ਰੱਬੀ ਬਾਣੀ ਦੇ ਕੀਰਤਨ ਰਾਹੀਂ ਆਪਣਾ ਅਕੀਦਾ ਸਾਹਿਬਜ਼ਾਦਿਆਂ ਨੂੰ ਅਰਪਣ ਕਰਕੇ ਗਏ ਹਨ। ਉਪਰੰਤ ਸਟੇਜ ਦੀ ਸੇਵਾ ਨਿਭਾ ਰਹੇ ਸਤਿਕਾਰਯੋਗ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਜੌਹਲ, ਉਹਨਾਂ ਨੇ ਆਪ ਜੀ ਨੂੰ ਸੰਖੇਪ ਅਤੇ ਬਹੁਤ ਹੀ ਭਾਵਪੂਰਤ ਜਾਣਕਾਰੀ ਇਹਨਾਂ ਸਮਾਗਮਾਂ ਬਾਰੇ ਦਿੱਤੀ ਹੈ। ਆਓ ਕੁਝ ਸਮਾਂ ਗੁਰਮਤਿ ਵਿਚਾਰਾਂ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਦਸ਼ਮੇਸ਼ ਪਿਤਾ ਜੀ ਨੇ ਜਿੱਥੇ ਹੋਰ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ, ਉੱਥੇ ਅੰਤਮ ਮਰਿਆਦਾ ਸਤਿਗੁਰੂ ਜੀ ਨੇ ਲਾਗੂ ਕਰਦਿਆਂ ਇਹ ਵੀ ਸਿਧਾਂਤ ਬਖਸ਼ਿਆ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਸੋ ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੋਣਾ ਨੇ ਜੋ ਸਮਾਪਤੀ ਸਮੇਂ ਸਾਨੂੰ ਗੁਰੂ ਸ਼ਬਦ ਸਰਵਣ ਕਰਵਾਇਆ ਹੈ, ਜਿਹਦੇ ਵਿੱਚ ਸੂਰਮੇ ਦਾ ਜ਼ਿਕਰ ਚੱਲ ਰਿਹਾ ਸੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜੋ ਹਰ ਖੇਤਰ ਵਿੱਚ ਹਰ ਸਮੇਂ ਹਰ ਪ੍ਰਾਣੀ ਮਾਤਰ ਦੀ ਯੋਗ ਅਗਵਾਈ ਕਰਦੀ ਹੈ। ਗਰੀਬ ਨਵਾਜ ਨੇ ਸੂਰਮਿਆਂ ਨੂੰ ਬਹੁਤ ਉੱਚਾ ਸੁੱਚਾ ਦਰਜਾ ਜਿਹੜਾ ਹੈ ਉਹ ਗੁਰਬਾਣੀ ਵਿੱਚ ਬਖਸ਼ਿਸ਼ ਕੀਤਾ ਹੈ।
ਜਗਤ ਗੁਰੂ ਨਾਨਕ ਸਾਹਿਬ ਜੋ ਸਿੱਖ ਧਰਮ ਦੇ ਬਾਨੀ ਨੇ, ਫਾਊਂਡਰ ਨੇ, ਉਹਨਾਂ ਦੀ ਪਵਿੱਤਰ ਬਾਣੀ ਨੂੰ ਜਦੋਂ ਅਸੀਂ ਪੜ੍ਹੀਏ ਤੇ ਗਰੀਬ ਨਵਾਜ ਨੇ ਜਪਜੀ ਸਾਹਿਬ ਦੇ ਵਿੱਚ 5 ਖੰਡਾਂ ਦਾ ਜ਼ਿਕਰ ਕੀਤਾ ਹੈ। ਉਹਦੇ ਵਿੱਚ ਜਿਹੜਾ ਚੌਥਾ ਖੰਡ ਹੈ, ਗਰੀਬ ਨਵਾਜ ਉੱਥੇ ਜ਼ਿਕਰ ਕਰਦੇ ਨੇ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿੰਨ ਮੈਂ RAM ਰਹਿਆ ਭਰਪੂਰ। ਕਰਮ ਖੰਡ ਦੇ ਜਿਹੜੇ ਵਾਸੀ ਨੇ ਉਹ ਯੋਧੇ ਨੇ, ਮਹਾਬਲੀ ਨੇ, ਸੂਰਮੇ ਨੇ। ਗਰੀਬ ਨਵਾਜ ਨੇ ਇੱਥੇ ਉਹਨਾਂ ਨੂੰ ਸੂਰਮੇ ਕਿਹਾ ਜਿਨ੍ਹਾਂ ਨੂੰ ਪਦਾਰਥਵਾਦੀ ਇਸ ਯੁੱਗ ਦੇ ਵਿੱਚ ਪਰਮੇਸ਼ਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮੇਸ਼ਰ ਨੂੰ ਧਾਰਨ ਕੀਤਾ। ਕਿਉਂਕਿ ਅਸੀਂ ਦੁਨੀਆ ਦੇ ਰੰਗਾਂ ਤਮਾਸ਼ਿਆਂ ਵਿੱਚ ਖਚਤ ਹਾਂ, ਸਾਡੇ ਵਿੱਚੋਂ ਉਹ ਸੂਰਮੇ ਨੇ ਜਿਨ੍ਹਾਂ ਨੂੰ ਧਰਮ ਦਾ ਰੰਗ, ਪਰਮੇਸ਼ਰ ਦੀ ਬੰਦਗੀ ਦਾ ਰੰਗ, ਜਾਂ ਇੰਜ ਕਹਿ ਲਈਏ ਕਿ ਪਰਮਾਤਮਾ ਦੀ ਯਾਦ ਵਿੱਚ ਜਿਹੜੇ ਪ੍ਰਭੂ ਦੇ ਪਿਆਰ ਵਿੱਚ ਜੁੜ ਜਾਂਦੇ ਨੇ। ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਇੰਜ ਕਹਿ ਲਈਏ ਕਿ ਧਰਮੀ ਹੋਣਾ, ਬੰਦਗੀ ਕਰਨੀ, ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨਾ, ਇਹ ਕਿਸੇ ਕਾਇਰ, ਬੁਝਦਿਲ ਜਾਂ ਕਮਜ਼ੋਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ। ਜਿਹੜਾ ਸੱਚਮੁੱਚ ਸੂਰਮਾ ਹੋਵੇਗਾ ਉਹੀ ਇਸ ਪਾਸੇ ਆ ਸਕਦਾ। ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਅਸੀਂ ਕਮਜ਼ੋਰ ਜੀਵ, ਕਾਇਰ, ਬੁਝਦਿਲ ਜੀਵ, ਵਹਿਮਾਂ ਭਰਮਾਂ ਵਿੱਚ ਖਚਤ ਹਾਂ। ਅਸਲ ਵਿੱਚ ਵਹਿਮ ਭਰਮ ਧਰਮ ਨਹੀਂ ਹੁੰਦਾ। ਧਰਮ ਹੈ ਹੀ ਉਹ ਜਿੱਥੇ ਵਹਿਮਾਂ ਭਰਮਾਂ ਦਾ ਤਿਆਗ ਹੋਵੇ। ਤਜ ਸਭ ਭਰਮ, ਬਿੱਲੀ ਰਸਤਾ ਕੱਟ ਗਈ, ਅੱਜ ਦਿਨ ਮਾੜਾ ਹੈ, ਫਲਾਣੇ ਦਿਨ ਮੈਂ ਆਹ ਕੰਮ ਕਰਾਂਗਾ, ਇਹ ਸਾਰੇ ਭਰਮ ਤਿਆਗ ਕੇ ਜਿਹੜਾ ਕੇਵਲ ਇੱਕ ਸਰਬ ਸਾਂਝੇ ਰੱਬ ਨਾਲ ਜੁੜ ਜਾਂਦਾ, ਸਾਹਿਬ ਕਹਿੰਦੇ ਉਹ ਧਰਮੀ ਹੈ। ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ। ਤੇ ਜਿਹੜਾ ਸੱਚਮੁੱਚ ਸੱਚ ਧਰਮੀ ਹੈ, ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੈ, ਜਿਨਨੇ ਆਪਣੀ ਜ਼ਿੰਦਗੀ ਵਿੱਚੋਂ ਵਿਸ਼ੇ ਵਿਕਾਰਾਂ ਨੂੰ, ਨਸ਼ਿਆਂ ਨੂੰ, ਬੁਰਾਈਆਂ ਨੂੰ ਤਿਆਗ ਦਿੱਤਾ ਹੈ, ਜਿਹੜਾ ਇਹਨਾਂ ਅੱਗੇ ਮੋਢੇ ਨਹੀਂ ਲਾਉਂਦਾ, ਜਿਹੜਾ ਇਹਨਾਂ ਨਾਲ ਜੂਝਦਾ ਹੈ, ਸੋ ਸੂਰਾਵਰੀ ਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ। ਤੇ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਬੰਦਗੀ ਦਾ ਰੰਗ, ਧਰਮ ਦਾ ਰੰਗ, ਗੁਰੂ ਦਾ ਪ੍ਰੇਮ ਵਾਲਾ ਰੰਗ ਲੱਗ ਜਾਂਦਾ ਹੈ, ਸੱਚਮੁੱਚ ਉਹ ਇਬਾਦਤ ਹੀ ਅਸਲ ਵਿੱਚ ਉਹਨਾਂ ਨੂੰ ਸ਼ਹਾਦਤ ਤੱਕ ਲੈ ਕੇ ਜਾਂਦੀ ਹੈ। ਗਰੀਬ ਨਵਾਜ ਨੇ ਫਿਰ ਉਹਨਾਂ ਨੂੰ ਵੀ ਸੂਰਮੇ ਕਿਹਾ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛਾੜੈ ਖੇਤ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਧਰਮ ਸੰਸਾਰ ਨੂੰ ਬਖਸ਼ਿਆ, ਉਹਦਾ ਆਧਾਰ ਸਤਿਗੁਰੂ ਜੀ ਨੇ ਸੱਚ ਰੱਖਿਆ। ਤੇ ਇਸ ਸੱਚ ਧਰਮ ਨੂੰ ਖਤਮ ਕਰਨ ਲਈ ਕਦੇ ਬਾਬਰ ਦੀ ਹਵਾਲਾਤ ਆਉਂਦੀ ਹੈ, ਕਦੇ ਜਹਾਂਗੀਰ ਦੀ ਲਾਹੌਰ ਦੀ ਤਤੀ ਤਵੀ, ਕਦੇ ਔਰੰਗਜ਼ੇਬ ਦਾ ਚਾਂਦਨੀ ਚੌਂਕ, ਕਦੇ ਸਰਸਾ ਦਾ ਕੰਡਾ, ਕਦੇ ਚਮਕੌਰ ਦੀ ਗੜੀ, ਕਦੇ ਸਰਹੰਦ ਦੀ ਦੀਵਾਰ, ਕਦੇ ਖਿਦਰਾਣੇ ਦੀ ਢਾਬ, ਕਦੇ ਜਕਰੀਏ ਦੇ ਆਰੇ, ਕਦੇ ਮੀਰ ਮੰਨੂ ਦੀ ਦਾਤਰੀ, ਕਦੇ ਚਰਖੜੀਆਂ, ਕਦੇ ਤੋਪਾਂ ਤੇ ਟੈਂਕ, ਕਦੇ ਗੋਲੀਆਂ ਦੀ ਵਾਛੜ, ਕਦੇ ਫਾਂਸੀਆਂ ਦੇ ਰੱਸੇ। 1469 ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਜਿਹੜੇ ਸੱਚ ਧਰਮੀ ਨੇ ਉਹ ਸੱਚਮੁੱਚ ਧਰਮ ਦੀ ਖਾਤਰ ਆਪਣੇ ਪ੍ਰਾਣ ਤੱਕ ਵੀ ਨਿਸ਼ਾਵਰ ਕਰਨੋਂ ਗਰੇਜ ਨਹੀਂ ਕਰਦੇ। ਧਰਮੀ ਅਤੇ ਅਧਰਮੀ ਦੀ ਨਿਸ਼ਾਨੀ ਇਹ ਹੈ, ਜਿਹੜਾ ਦੂਜਿਆਂ ਨੂੰ ਸੰਕਟ ਵਿੱਚ ਪਾ ਕੇ ਆਪ ਮੌਜ ਮੇਲਾ ਕਰੇ, ਐਸ ਪ੍ਰਸਤੀ ਕਰੇ, ਉਹ ਅਧਰਮੀ ਹੈ। ਤੇ ਜਿਹੜਾ ਖੁਦ ਨੂੰ ਸੰਕਟ ਵਿੱਚ ਪਾ ਕੇ
खुद अपनी कुर्बानी दे के अपने सरबंस तक कुर्बान करके देश वासियां लई राहत पैदा करे, मनुखता लई रिलीफ पैदा करे, ਜਿਹੜਾ ਆਪਣੇ ਆਪ ਨੂੰ ਕੁਰਬਾਨ ਕਰਕੇ ਦੂਜਿਆਂ ਲਈ ਆਜ਼ਾਦੀ, ਦੂਜਿਆਂ ਲਈ ਸੁਤੰਤਰਤਾ ਕਾਇਮ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨੂੰ ਧਰਮੀ ਕਿਹਾ ਹੈ। ਇਹੀ ਕਾਰਨ ਕਿ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਜ਼ਿਕਰ ਚੱਲਦਾ ਹੈ ਤੇ ਜਿੰਨੀ ਜਿੰਨੀ ਸਾਡੀ ਬੁੱਧ ਹੈ, ਜਿਹੋ ਜਿਹੇ ਸਾਡੇ ਸੰਸਕਾਰ ਨੇ, ਸਾਡੇ ਲਿਖਾਰੀਆਂ ਨੇ ਵੀ, ਵਿਆਖਿਆਕਾਰਾਂ ਨੇ ਵੀ ਆਪੋ ਆਪਣੀ ਬੁੱਧੀ ਦੇ ਮੁਤਾਬਕ ਉਹਨੂੰ ਪੇਸ਼ ਕੀਤਾ ਹੈ। ਕਿਸੇ ਨੇ ਜ਼ਿਕਰ ਕੀਤਾ ਕਿ ਲੰਮਾ ਸਮਾਂ 8 ਮਹੀਨੇ ਘੇਰਾ ਪਿਆ ਰਿਹਾ, ਕਿਸੇ ਨੇ ਜ਼ਿਕਰ ਕੀਤਾ ਕਿ ਭੁੱਖ ਇੰਨੀ ਵਰਤ ਗਈ ਕਿ ਪ੍ਰਸ਼ਾਦੀ ਹਾਥੀ ਵਰਗੇ ਪਸ਼ੂ ਵੀ ਜਿਹੜੇ ਸਨ ਉਹ ਵੀ ਪ੍ਰਾਣ ਤਿਆਗਣ ਲੱਗ ਪਏ। ਪਰ ਅਸਲ ਵਿੱਚ ਜਦੋਂ ਤਹਿ ਤੱਕ ਜਾਵਾਂਗੇ, ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਇਸ ਸੰਸਾਰ ਵਿੱਚ ਆਪਣੀ ਆਮਦ ਬਾਰੇ ਸਪਸ਼ਟ ਕੀਤਾ ਹੈ ਕਿ ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਉਹਨਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ, ਪੁਕਾਰ ਕੀਤੀ, ਤੇ ਸੱਚਮੁੱਚ ਇੱਕ ਧਰਮ ਨੂੰ ਬਚਾਉਣ ਵਾਸਤੇ ਆਪਣੇ ਪੂਜਨੀਕ ਪਿਤਾ ਨੂੰ ਕੁਰਬਾਨੀ ਕਰਨ ਵਾਸਤੇ ਤੋਰਿਆ ਸੀ। ਅੱਜ ਵੀ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ, ਔਰੰਗਜ਼ੇਬ ਦੇ ਏਲਚੀਆਂ ਵੱਲੋਂ ਸਾਂਝੇ ਤੌਰ ਤੇ ਧਰਮ ਦਾ ਵਾਸਤਾ ਪਾ ਕੇ ਆਪਣੇ ਇਸ਼ਟ ਦੀਆਂ ਕਸਮਾਂ ਖਾ ਕੇ ਕਿਹਾ ਗਿਆ ਕਿ ਸਤਿਗੁਰੂ ਜੀ ਕਿਲਾ ਛੱਡ ਦਿਓ, ਤੇ ਸੱਚਮੁੱਚ ਜਦੋਂ ਕੋਈ ਧਰਮ ਦਾ ਵਾਸਤਾ ਪਾਉਂਦਾ ਹੈ ਤੇ ਜਿਹੜਾ ਧਰਮੀ ਹੋਵੇ ਉਹਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਹੁਣ ਭਾਵੇਂ ਮੇਰੇ ਲਈ ਜਿੰਨੀਆਂ ਮਰਜ਼ੀ ਔਕੜਾਂ, ਮੁਸ਼ਕਲਾਂ, ਖਤਰਾ ਬਣ ਜਾਵੇ, ਮੈਂ ਜਦੋਂ ਕੋਈ ਦਰ ਤੇ ਆ ਕੇ ਮੇਰੇ ਅੱਗੇ ਧਰਮ ਦਾ ਵਾਸਤਾ ਪਾਵੇਗਾ ਤੇ ਮੈਂ ਉਸ ਪੁਕਾਰ ਨੂੰ ਸੁਣ ਕੇ ਉਹਦੇ ਤੇ ਜ਼ਰੂਰ ਵਿਸ਼ਵਾਸ ਕਰਾਂਗਾ। ਹਾਂ, ਅਗਲੀ ਗੱਲ ਜ਼ਰੂਰ ਕਹੀ ਹੈ ਕਿ ਉਹ ਭਾਵੇਂ ਸਿੱਖ ਹੀ ਕਿਉਂ ਨਾ ਹੋਵੇ, ਕਿਸੇ ਧਰਮ ਨਾਲ ਸੰਬੰਧਿਤ ਕਿਉਂ ਨਾ ਹੋਵੇ, ਜਿਹੜੇ ਆਪਣੇ ਇਸ਼ਟ ਦਾ ਵਾਸਤਾ ਪਾ ਕੇ, ਇਸ਼ਟ ਅੱਗੇ ਪ੍ਰਣ ਕਰਕੇ, ਇਸ਼ਟ ਦੀਆਂ ਕਸਮਾਂ ਖਾ ਕੇ ਤੋੜਦੇ ਨੇ, ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸ਼ਕਾ ਵਿਸ਼ਵਾਸ ਨਾ ਹੋਵੇ। ਅੱਜ ਸਾਡੀ ਵੀ ਹਾਲਤ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਜੋ ਪ੍ਰਣ ਕਰਦੇ ਹਾਂ ਉਹ ਪ੍ਰਣ ਤੋੜ ਦਿੰਦੇ ਹਾਂ। ਸੱਚਮੁੱਚ ਜਿਹੜਾ ਆਪਣੇ ਇਸ਼ਟ ਅੱਗੇ ਪ੍ਰਣ ਕਰਕੇ ਜਾਂ ਧਰਮ ਦਾ ਵਾਸਤਾ ਪਾ ਕੇ ਮੁੱਕਰ ਜਾਂਦਾ ਹੈ, ਸਾਹਿਬ ਕਹਿੰਦੇ ਇਹ ਠੀਕ ਹੈ, ਉਹਦੇ ਤੇ ਆਪਾਂ ਕੁਝ ਸਮਾਂ ਭਰੋਸਾ ਕਰ ਸਕਦੇ ਹਾਂ, ਆਪਣੇ ਆਪ ਨੂੰ ਖਤਰੇ ਵਿੱਚ ਪਾ ਸਕਦੇ ਹਾਂ, ਪਰ ਆਖਰ ਇੱਕ ਦਿਨ ਐਸਾ ਆਉਂਦਾ ਹੈ ਕਿ ਉਹਨਾਂ ਦਾ ਵਿਸ਼ਵਾਸ, ਉਹਨਾਂ ਦਾ ਭਰੋਸਾ ਤਾਂ ਫਿਰ ਰੱਬ ਵੀ ਨਹੀਂ ਕਰਦਾ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਵੇਖੋ ਕਾਫਲੇ ਦੀ ਜਿਹੜੀ ਤਰਤੀਬ ਸੀ, ਧਰਮੀ ਦੀਆਂ ਨਿਸ਼ਾਨੀਆਂ ਕੀ ਨੇ। ਅੱਜ ਵੀ ਜਦੋਂ ਕਿਸੇ ਸ਼ਖਸੀਅਤ ਨੂੰ ਆਪਾਂ ਵੇਖਦੇ ਆ ਨਾ, ਜਾਂ ਤਾਂ ਉਹ ਇਸ ਕਰਕੇ ਮਹਾਨ ਹੈ ਕਿ ਉਹਦੇ ਪਿਤਾ ਨੇ, ਦਾਦੇ ਪੜਦਾਦੇ ਨੇ ਬੜੀਆਂ ਕੁਰਬਾਨੀਆਂ, ਬੜੇ ਪਰਉਪਕਾਰ ਕੀਤੇ ਨੇ। ਕੁਝ ਲੋਕ ਇਸ ਕਰਕੇ ਮਹਾਨ ਹੁੰਦੇ ਨੇ ਵੀ ਉਹਨਾਂ ਦੇ ਪੁੱਤਰਾਂ ਨੇ, ਉਹਨਾਂ ਦੇ ਪੋਤਰਿਆਂ ਨੇ, ਉਹਨਾਂ ਦੀਆਂ ਧੀਆਂ ਵੱਲੋਂ ਬੜੇ ਪਰਉਪਕਾਰ, ਬੜੀਆਂ ਕੁਰਬਾਨੀਆਂ ਕੀਤੀਆਂ ਹੁੰਦੀਆਂ ਨੇ। ਕੁਝ ਲੋਕ ਇਸ ਕਰਕੇ ਮਹਾਨ ਹੁੰਦੇ ਨੇ ਕਿ ਉਹਨਾਂ ਦਾ ਆਪਣਾ ਜੀਵਨ ਬੜਾ ਪਰਉਪਕਾਰੀ ਹੁੰਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਸਤਿਕਾਰਯੋਗ ਮਾਤਾ ਪਿਤਾ ਵੀ, ਜਿਨ੍ਹਾਂ ਦੇ ਦਾਦੇ ਪੜਦਾਦੇ ਵੀ ਧੰਨਤਾ ਯੋਗ, ਜਿਨ੍ਹਾਂ ਦੇ 4 ਸਾਹਿਬਜ਼ਾਦੇ ਲਖਤੇ ਜਿਗਰ, ਜਿਗਰ ਦੇ ਟੋਟੇ 4 ਸਾਹਿਬਜ਼ਾਦੇ, ਉਹਨਾਂ ਦੇ 4 ਸੁਪੁੱਤਰ, ਉਹ ਵੀ ਧੰਨਤਾ ਯੋਗ। ਕੇਵਲ ਅਸੀਂ ਸਿੱਖ ਹੀ ਨਹੀਂ, ਗੈਰਾਂ ਨੇ ਵੀ ਇੱਕ ਸੁਰ ਵਿੱਚ ਹੋ ਕੇ ਕਿਹਾ ਕਿ ਜਿਸ ਦੇਸ਼ ਕੌਮ ਕੇ ਬੱਚੇ ਜੂੰ ਦੇ ਸਕਤੇ ਬਲੀਦਾਨ, ਉਸਕਾ ਵਰਤਮਾਨ ਕੁਛ ਵੀ ਹੋ ਭਵਿੱਖ ਬੜਾ ਮਹਾਨ। ਕਿਉਂਕਿ ਸੱਚਮੁੱਚ ਅੱਜ ਦੇ ਬੱਚੇ, ਆਉਣ ਵਾਲੇ ਕੱਲ ਦਾ ਜਿਹੜਾ ਭਵਿੱਖ ਹੈ ਉਹ ਮੰਨਿਆ ਜਾਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਆਪ ਵੀ ਇੰਨੇ ਮਹਾਨ ਸਨ ਕਿ ਜਿੱਥੇ ਸਿੱਖਾਂ ਨੇ
ਉਹਨਾਂ ਦੀ ਮਹਿਮਾ ਨੂੰ ਗਾਇਨ ਕਰਦਿਆਂ ਇਹ ਬਚਨ ਕਹੇ, ਵਾ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿੱਥੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਵਰਗੀਆਂ ਸ਼ਖਸੀਅਤਾਂ ਸਤਿਗੁਰੂ ਜੀ ਨੂੰ ਆਪਣਾ ਅਕੀਦਾ ਅਰਪਣ ਕਰਦਿਆਂ ਰੱਬੀ ਵਜਦ ਵਿੱਚ ਜੁੜ ਕੇ ਉਹਨਾਂ ਦੇ ਅੰਦਰੋਂ ਇਹ ਆਵਾਜ਼ ਬੁਲੰਦ ਹੁੰਦੀ ਹੈ, ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਜਦੋਂ ਪੁੱਛਿਆ ਭਾਈ ਸਾਹਿਬ ਨੂੰ, ਕਿਸੇ ਨੂੰ ਆਪਣੇ ਬਾਹੂਬਲ ਤੇ ਮਾਣ, ਕਿਸੇ ਨੂੰ ਜ਼ਮੀਨ ਧਨ ਦੌਲਤ ਤੇ ਮਾਣ, ਤੁਹਾਨੂੰ ਕਿਸ ਗੱਲ ਤੇ ਮਾਣ? ਸੱਚ ਜਾਣਿਓ ਭਾਈ ਨੰਦ ਲਾਲ ਸਿੰਘ ਦਾ ਇੱਕੋ ਉੱਤਰ ਸੀ, ਮੈਨੂੰ ਇਸ ਗੱਲ ਤੇ ਮਾਣ ਕਿ ਮੈਂ ਮਰਦ ਸੂਰਮੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਸੱਚਮੁੱਚ ਕਿਸੇ ਬੁਝਦਿਲ ਕਾਇਰ ਦਾ ਚੇਲਾ ਹੋਣਾ। ਇੱਕ ਦਿਨ ਸੱਚਮੁੱਚ ਜਦੋਂ ਉਹ ਆਪਣੇ ਇਸ਼ਟ ਨੂੰ, ਆਪਣੇ ਗੁਰੂ ਨੂੰ, ਜਿਹੜਾ ਲੋਕਾਂ ਨੂੰ ਕਈ ਤਰ੍ਹਾਂ ਦਾ ਵਿਸ਼ਵਾਸ ਦੇ ਕੇ ਉਹਨਾਂ ਦਾ ਸ਼ੋਸ਼ਣ ਕਰਦਾ ਰਿਹਾ ਹੋਵੇ, ਜਦੋਂ ਉਹਦੀ ਨਲਾਇਕੀ ਵੱਲ ਵੇਖਦੇ ਨੇ ਤੇ ਫਿਰ ਉਹਨਾਂ ਨੂੰ ਵੀ ਬੜੀ ਨਮੋਸ਼ੀ ਹੁੰਦੀ ਹੈ। ਪਰ ਸੱਚਮੁੱਚ ਜੇ ਕਿਤੇ ਮਰਦ ਅਗੰਮੜਾ ਐਸਾ ਗੁਰੂ, ਗੁਰੂ ਗੋਬਿੰਦ ਸਿੰਘ ਵਰਗਾ ਸਤਿਗੁਰੂ ਹੋਵੇ ਤੇ ਕੇਵਲ ਆਪਾਂ ਸਿੱਖ ਹੀ ਨਹੀਂ, ਲਾਲਾ ਦੌਲਤ ਰਾਏ ਵਰਗਾ ਹਿੰਦੂ ਵੀ ਜਦੋਂ ਕਲਮ ਚੁੱਕਦਾ ਤੇ ਹਿੰਦੂ ਵੀਰ ਪੁੱਛਦੇ ਨੇ ਕਿ ਤੁਸੀਂ ਤਾਂ ਲਿਖਣੀ ਸੀ ਉਸਤਤੀ ਆਪਣੇ ਅਵਤਾਰਾਂ ਦੀ, ਤੁਸੀਂ ਤਾਂ ਲਿਖਣੀ ਸੀ ਉਸਤਤੀ ਆਪਣੇ ਰਿਸ਼ੀਆਂ ਮੁਨੀਆਂ ਦੀ, ਤੇ ਲਾਲਾ ਦੌਲਤ ਰਾਏ ਦਾ ਇੱਕੋ ਉੱਤਰ ਸੀ, ਮੇਰਾ ਚਿੱਤ ਕਰਦਾ ਕਿ ਮੈਂ ਆਪਣੀ ਕਲਮ ਨਾਲ ਕਿਸੇ ਯੁੱਗ ਪੁਰਖ, ਕਿਸੇ ਪੂਰਨ ਮਹਾਪੁਰਖ ਦੀ ਉਸਤਤੀ ਲਿਖਾਂ। ਤੇ ਉਹ ਪੂਰਨ ਮਹਾਪੁਰਖ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਜਿਹੜੇ ਪਾਸਿਓਂ ਮਰਜੀ ਉਹਨਾਂ ਦੇ ਜੀਵਨ ਨੂੰ ਆਪਾਂ ਪੜ੍ਹ ਲਈਏ, ਜੇ ਅਸੀਂ ਮੁਸਲਮਾਨ ਵੀਰਾਂ ਵੱਲ ਵੇਖਦੇ ਹਾਂ ਤੇ ਸਾਈਂ ਬੁੱਲੇ ਸ਼ਾਹ ਵਰਗੀ ਸ਼ਖਸੀਅਤ ਆਖਦੀ ਹੈ, ਨਾ ਕਹੂੰ ਅਬ ਕੀ ਨਾ ਕਹੂੰ ਕਬ ਕੀ, ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਜਿਸ ਵੇਲੇ ਔਰੰਗਜ਼ੇਬ ਦੀ ਜ਼ੁਲਮੀਆਂ ਹਕੂਮਤ ਸੀ, ਜਿਹਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਪਹਿਲਾਂ ਲੋਭ ਦਿਖਾਓ ਫਿਰ ਪ੍ਰੇਰਨਾ ਕਰੋ, ਤੀਸਰੀ ਗੱਲ ਕਿ ਜੇ ਕੋਈ ਨਾ ਮੰਨੇ ਤੇ ਸ਼ਰੇਆਮ ਉਹਨੂੰ ਚੌਂਕ ਦੇ ਵਿੱਚ ਕਤਲ ਕੀਤਾ ਜਾਵੇ। ਉਹਦੇ ਬਾਰੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਕਿਛ ਲੋਭ ਦਿਖਾਏ ਜ਼ੁਲਮ ਕਰਾਏ, ਤੁਰਕ ਬਣਾਏ ਬਹੁ ਹਿੰਦੂ, ਬਹੁ ਤੱਗ ਲਹਾਵਤ ਤਿਲਕ ਚਟਾਵਤ, ਅੱਤ ਸਤਾਵੈ ਤੁਰਕ ਹਿੰਦੂ। ਜਦੋਂ ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ, ਅੱਜ ਸਾਡੇ ਪ੍ਰਸਿੱਧ ਇਤਿਹਾਸਕਾਰ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ, ਉਹਨਾਂ ਨੇ ਵੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਜ਼ਿਕਰ ਕੀਤਾ, ਛਾਏ ਜਾਤੀ ਏਕਤਾ ਅਨੇਕਤਾ ਵਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ, ਬਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵਾ ਦੇਹੁਰਾ ਸੰਤੋਖ ਸਿੰਘਾ ਦੂਰ ਹੋਤੇ, ਮਿਟ ਜਾਤੀ ਰੀਤ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰਮ। ਜੇ ਕਿਤੇ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਸੂਰਮਾ ਗੁਰੂ ਨਾ ਹੁੰਦਾ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਵਨ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਗੈਰਾਂ ਨੇ ਵੀ ਇੱਕ ਸੁਰ ਵਿੱਚ ਹੋ ਕੇ ਕਿਹਾ ਕਿ ਜਦੋਂ ਅਸੀਂ ਗੰਜ ਸ਼ਹੀਦਾਂ ਜਾਂ ਸ਼ਹਾਦਾਂ ਨੇ ਵਫਾ, ਜਦੋਂ ਅਸੀਂ ਇਤਿਹਾਸਕਾਰਾਂ ਦੀਆਂ ਨਜ਼ਰਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਨੂੰ ਵੇਖਾਂਗੇ ਤੇ ਉਸ ਵੇਲੇ ਜੋਗੀ ਅੱਲਾ ਜਾਰ ਖਾਂ, ਉਹਨਾਂ ਨੇ ਜਦੋਂ ਦੂਰ ਤੱਕ ਬੜੇ ਵਿਸ਼ਾਲ ਹਿਰਦੇ ਨਾਲ ਲੰਮੀ ਨਜ਼ਰ ਨਾਲ ਝਾਤ ਮਾਰੀ ਤੇ ਉਹ ਵੇਖਦੇ ਨੇ ਆਪਣੇ ਪੈਗੰਬਰ ਇਬਰਾਹੀਮ ਵੱਲ ਕਿ ਜਦੋਂ ਉਹਨਾਂ ਦੇ ਪੁੱਤਰ ਦੀ ਬਲੀ ਦਿੱਤੀ ਜਾਣ ਲੱਗੀ, ਰੋ ਰੋ ਕੇ ਧਾਹਾਂ ਮਾਰ ਕੇ ਆਖਣ ਲੱਗਾ, ਰੱਬ ਦਾ ਵਾਸਤਾ, ਖੁਦਾ ਦਾ ਵਾਸਤਾ, ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿਓ, ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਨੂੰ ਮਰਦਿਆਂ ਨਹੀਂ ਵੇਖ ਸਕਦਾ। ਮੁਸਲਮਾਨਾਂ ਨੇ ਉਸ ਵੇਲੇ ਗਊ ਦੀ ਬਲੀ ਦਿੱਤੀ, ਗਊ ਨੂੰ ਅਰਬੀ ਵਿੱਚ ਬੱਕਰ ਕਹਿੰਦੇ ਨੇ। ਉਸ ਦਿਨ ਤੋਂ ਬਕਰੀਦ ਦਾ ਜਿਹੜਾ ਤਿਉਹਾਰ ਹੈ ਇਹ ਸ਼ੁਰੂ ਹੋਇਆ। ਜੇ ਆਪਾਂ ਵੇਖੀਏ ਦਸ਼ਰਤ ਵੱਲ, ਸ਼੍ਰੀ ਰਾਮ ਚੰਦਰ ਜੀ ਪੁੱਤਰ ਨੇ ਕੇਵਲ 14 ਸਾਲ ਬਨਵਾਸ ਕੱਟ ਕੇ ਉਹਨਾਂ ਨੇ ਵਾਪਸ ਘਰ ਪਰਤ ਆਉਣਾ ਸੀ, ਪਰ ਪੁੱਤਰ ਦਾ ਵਿਛੋੜਾ ਨਾ ਸਹਾਰ ਸਕੇ। ਪੁੱਤਰ ਦੇ ਵਿਛੋੜੇ ਦੇ ਦੁੱਖ ਦੇ ਕਾਰਨ ਮਹੱਲਾਂ ਤੋਂ ਛਾਲ ਮਾਰ ਕੇ ਆਪਣੇ ਪ੍ਰਾਣ ਤਿਆਗ ਦਿੱਤੇ।
ਜੇ ਆਪਾਂ ਕੁਰੂਕਸ਼ੇਤਰ ਦੀ ਧਰਤੀ ਵੱਲ ਵੇਖੀਏ ਤੇ ਉੱਥੇ ਉਪਦੇਸ਼ ਦੇ ਕੇ ਆਪਣੇ ਚੇਲਿਆਂ ਨੂੰ ਸ਼ਹੀਦ ਕਰਾਇਆ ਗਿਆ, ਪਰ ਕ੍ਰਿਸ਼ਨ ਜੀ ਦਾ ਉਹਦੇ ਵਿੱਚ ਆਪਣਾ ਕੋਈ ਸਕਾ ਪੁੱਤਰ ਨਹੀਂ ਸੀ। ਜੋਗੀ ਅੱਲਾ ਜਾਰ ਖਾਨ ਨੇ ਗੰਜ ਸ਼ਹੀਦਾਂ ਵਿੱਚ ਜ਼ਿਕਰ ਕੀਤਾ, ਲక్ష్మణ ਸਾ ਬਿਰਾਦਰ ਪੈ ਤਸਕੀਨ ਜਿਗਰ ਥਾ, सीता सी पति भरत से बन राम को घर था, बाकी है कन्हैया नहीं तो उनका पिसर था, सच है गुरु गोबिंद सिंह का रुतबा ही दिगर था, शिष शाम ने कटवा दिए गीता सुनाकर, रूह फूकती गुरु गोबिंद सिंह ने औलाद कटवा कर। ਇਹ ਗੈਰਾਂ ਨੇ ਨਹੀਂ, ਇੱਕ ਸੁਰ ਵਿੱਚ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰ ਉਪਕਾਰਾਂ ਨੂੰ ਆਪਣੀ ਕਲਮ ਨਾਲ ਲਿਖਿਆ ਔਰ ਬਕਾਇਦਾ ਜ਼ਿਕਰ ਕੀਤਾ ਕਿ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ गुरु गोबिंद सिंह की वो कम है, हर चंद मेरे हाथ में पुरजोर कलम है, सतगुर के वसब लिखूं कहाँ ताबे रकम है, क्योंकि एक आंख से बुलबुला क्या कुल बहर को देखे, साहिल को मंझधार को ਜਾਂ ਲਹਿਰ ਕੋ ਦੇਖੇ। ਇੱਕ ਅੱਖ ਦੇ ਨਾਲ ਆਪਾਂ ਸਮੁੰਦਰ ਦੇ ਕਿਹੜੇ ਕਿਹੜੇ ਗੁਣ ਜਿਹੜੇ ਹੈ ਉਹ ਵੇਖ ਸਕਦੇ ਹਾਂ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਤੋਂ ਚੱਲਦੇ ਨੇ, ਧਰਮ ਕੀ ਹੈ? ਦੁਨਿਆਵੀ ਤੌਰ ਤੇ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਕਈ ਵਾਰ ਧਰਮ ਨੂੰ ਦਾਅ ਤੇ ਲਾ ਦਿੰਨੇ ਆ, ਪਰ ਅਸਲ ਵਿੱਚ ਧਰਮ ਇਹ ਹੈ ਕਿ ਜਿਹੜਾ ਆਪਣਾ ਸੀਸ ਤੱਕ ਵੀ ਕਟਵਾ ਦਵੇ ਪਰ ਆਪਣੇ ਕੀਤੇ ਹੋਏ ਕੌਲ ਤੇ ਪੂਰਾ ਰਵੇ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਨੇ ਕਿ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਸਾਡੇ ਵਿੱਚ ਤੇ ਧਰਮੀਆਂ ਵਿੱਚ ਇਹੀ ਫਰਕ ਹੈ ਕਿ ਅਸੀਂ ਸਿਰ ਬਚਾਉਣ ਲਈ ਧਰਮ ਦਾਅ ਤੇ ਲਾ ਦਿੰਨੇ ਆ, ਤੇ ਧਰਮੀ ਧਰਮ ਬਚਾਉਣ ਲਈ ਆਪਣਾ ਸਿਰ ਜਿਹੜਾ ਹੈ ਉਹ ਦਾਅ ਤੇ ਲਾਉਂਦੇ ਨੇ। ਇਹੀ ਕਾਰਨ ਕਿ ਜਦੋਂ ਕਾਫਲੇ ਨੂੰ ਤਰਤੀਬ ਦਿੱਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਉਹ ਕਾਫਲੇ ਦੇ ਸਭ ਤੋਂ ਪਿੱਛੇ ਰੱਖੇ, ਕਿਉਂਕਿ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਜਿਹੜਾ ਹਮਲਾ ਸੀ ਉਹ ਅੱਗਿਓਂ ਨਹੀਂ, ਉਹ ਪਿੱਛੋਂ ਹੋਣਾ ਸੀ। ਤੇ ਕੋਈ ਇਹ ਨਾ ਕਵੇ ਕਿ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਾਹਿਬਜ਼ਾਦਿਆਂ ਨੂੰ ਆਪਣੇ ਪਰਿਵਾਰ ਨੂੰ ਬਚਾ ਕੇ ਅੱਗੇ ਲਾ ਕੇ ਲੈ ਗਏ ਨੇ ਤੇ ਪਿੱਛੇ ਸਿੱਖਾਂ ਦੇ ਉੱਪਰ ਜਿਹੜਾ ਹਮਲਾਵਰ ਹੈ ਉਹਨਾਂ ਨੇ ਆ ਕੇ ਹਮਲਾ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਜਦੋਂ ਕਾਫਲੇ ਦੀ ਤਰਤੀਬ ਬਣਾਉਂਦੇ ਨੇ, ਵੱਡੇ ਸਾਹਿਬਜ਼ਾਦਿਆਂ ਨੂੰ ਸਭ ਤੋਂ ਪਿੱਛੇ ਰੱਖਦੇ ਨੇ, ਔਰ ਇੱਥੇ ਤੱਕ ਕਿ ਜਦੋਂ ਕਾਫਲੇ ਦਾ ਅਗਲਾ ਸਿਰਾ ਸਰਸਾ ਨਦੀ ਦੇ ਕੰਢੇ ਤੇ ਪਹੁੰਚਿਆ, ਅੱਜ ਜਿਸ ਦੀਵਾਨ ਵਿੱਚ ਜਿਸ ਗੁਰਮਤਿ ਸਮਾਗਮ ਵਿੱਚ ਤੁਸੀਂ ਜੁੜ ਬੈਠੇ ਹੋ, ਇਹਦੀ ਇੱਕ ਮਰਿਆਦਾ ਹੈ। ਵੇਖੋ ਕਿੰਨੀ ਮਹਾਨ ਮਰਿਆਦਾ ਕਿ ਸਰਸਾ ਨਦੀ ਦੇ ਕੰਢੇ ਤੇ ਦੀਵਾਨ ਸੱਜਿਆ। ਬਾਬਾ ਅਜੀਤ ਸਿੰਘ ਇਹ ਵੇਖ ਰਹੇ ਸਨ ਕਿ ਦੁਸ਼ਮਣ ਦੀ ਅਣਗਿਣਤ ਸੈਨਾ ਹਮਲਾਵਰ ਬਣ ਕੇ ਆ ਰਹੀ ਹੈ, ਪਰ ਉਦੋਂ ਤੱਕ ਗੁਰੂ ਕੇ ਬਹਾਦਰ ਸੁਪੁੱਤਰ ਬਾਬਾ ਅਜੀਤ ਸਿੰਘ ਨੇ ਇਹ ਪ੍ਰਣ ਕੀਤਾ ਕਿ ਮੈਂ ਹਮਲਾਵਰਾਂ ਨੂੰ ਰੋਕੀ ਰੱਖਾਂਗਾ ਜਦੋਂ ਤੱਕ ਗੁਰੂ ਪਿਤਾ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਦੀ ਅਰਦਾਸ ਕਰਕੇ ਜੈਕਾਰਾ ਬੁਲੰਦ ਕਰਕੇ ਅੱਗੇ ਲਈ ਰਵਾਨਾ ਨਹੀਂ ਹੁੰਦੇ। ਖਿਮਾ ਕਰਨਾ ਜਿਸ ਗੁਰਮਤਿ ਸਮਾਗਮ ਵਿੱਚ ਜਿਨ੍ਹਾਂ ਦੀਵਾਨਾਂ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ, ਕਿਤੇ ਇਹਨੂੰ ਐਵੇਂ ਨਾ ਸਮਝਿਓ, ਇਹ ਗੁਰੂ ਕਾ ਉਹ ਦਰਬਾਰ ਹੈ ਜਿਹਦੀ ਖਾਤਰ ਸਭ ਤੋਂ ਪਹਿਲਾ ਯੁੱਧ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਉਸ ਵੇਲੇ ਹੋਇਆ ਜਦੋਂ ਸਰਸਾ ਨਦੀ ਦੇ ਕੰਢੇ ਤੇ ਦੀਵਾਨ ਸਜਾਏ ਗਏ। था सर पे वक्त आ गया आशा की वार का, साजों के जीरों बुम का चढ़ाओ उतार का, मनशा था कलगीधर के दिले बेकरार का, मौकाए मिले तो कर लें भजन करदगार का, जब बंदगी में मावव हुए गुरु नानक के जानशी, अचानक टूट पड़े खालसे पे कई लई। इधर गुर सिखा इको प्यार गुर मित्तां पुत्तां भाइयां। बाबा अजीत सिंह ਦਾ ਯਤਨ ਹੈ ਕਿ ਸਿੱਖ ਅੱਗੇ ਬਚ ਕੇ ਚਲੇ ਜਾਣ, ਪਰ ਸ਼ਹੀਦ ਭਾਈ ਮਨੀ ਸਿੰਘ ਦੇ ਸੁਪੁੱਤਰ ਬਾਬਾ ਉਦੇ ਸਿੰਘ ਤੇ ਭਾਈ ਜੀਵਨ ਸਿੰਘ, ਜਿਨ੍ਹਾਂ ਨੂੰ ਆਪਾਂ ਭਾਈ ਜੈਤਾ ਜੀ ਦੇ ਰੂਪ ਵਿੱਚ ਜਾਣਦੇ ਹਾਂ, ਇਹਨਾਂ ਦੋਵਾਂ ਸਿੱਖਾਂ ਦਾ ਯਤਨ ਸੀ ਕਿ ਇੱਥੇ ਅਸੀਂ ਜੂਝੀਏ, ਦੁਸ਼ਮਣ ਦੀ ਫੌਜ ਨੂੰ ਰੋਕੀਏ ਤੇ ਸਾਹਿਬਜ਼ਾਦਾ ਅਜੀਤ ਸਿੰਘ ਅੱਗੇ
ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਜਿੱਥੇ ਦੀਵਾਨ ਸਜਾ ਕੇ ਸੰਗਤਾਂ ਵਿੱਚ ਸੁਸ਼ੋਭਿਤ ਨੇ, ਉੱਥੇ ਸੁਰੱਖਿਅਤ ਤੌਰ ਤੇ ਪਹੁੰਚ ਜਾਵੇ। ਕਿਉਂਕਿ ਗੁਰੂ ਕੇ ਸਿੱਖ ਬਾਬਾ ਅਜੀਤ ਸਿੰਘ ਹੋਣਾ ਦੀਆਂ ਖੂਬੀਆਂ ਨੂੰ ਜਾਣਦੇ ਸਨ ਕਿ ਗੁਰੂ ਪਿਤਾ ਨੇ ਜਦੋਂ ਪਾਉਂਟਾ ਸਾਹਿਬ ਦੀ ਧਰਤੀ ਦੇ ਨੇੜੇ ਭੰਗਾਣੀ ਦਾ ਯੁੱਧ ਜਿੱਤਿਆ ਤੇ ਇਸ ਖੁਸ਼ੀ ਦੇ ਵਿੱਚ ਜਦੋਂ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਉਹਨਾਂ ਦਾ ਨਾਮ ਹੀ ਅਜੀਤ ਰੱਖਿਆ, ਤੇ ਜਿਨ੍ਹਾਂ ਤੋਂ ਇੱਕ ਪ੍ਰਣ ਵੀ ਲਿਆ ਸੀ ਕਿ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤੋ ਜੀਤਾ ਨਹੀਂ ਆਊਂਗਾ। ਇਹ ਬਾਬਾ ਅਜੀਤ ਸਿੰਘ ਨੇ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਆ ਕੇ ਇੱਕ ਬ੍ਰਾਹਮਣ ਨੇ ਫਰਿਆਦ ਕੀਤੀ ਸੀ, ਸਤਿਗੁਰੂ ਜੀ ਬੱਸੀ ਪਠਾਣਾ ਦੇ ਹਾਕਮ ਨੇ ਮੇਰੀ ਘਰ ਵਾਲੀ ਜਿਹੜੀ ਡੋਲੇ ਦੇ ਰੂਪ ਵਿੱਚ ਖੋਹ ਲਈ ਹੈ। ਸਤਿਗੁਰਾਂ ਨੇ ਜਿੱਥੇ 94 ਗੁਰਸਿੱਖਾਂ ਨੂੰ ਭੇਜਿਆ, ਉੱਥੇ ਬਾਬਾ ਅਜੀਤ ਸਿੰਘ ਨੂੰ ਵੀ ਥਾਪੜਾ ਦੇ ਕੇ ਤੋਰਿਆ ਸੀ। ਜਦੋਂ ਬੱਸੀ ਪਠਾਣਾ ਦੇ ਹਾਕਮ ਨਾਲ ਯੁੱਧ ਕਰਕੇ ਉਹਨੂੰ ਸੋਧਿਆ ਤੇ ਉਹਦੇ ਚੁੰਗਲ ਵਿੱਚੋਂ ਇੱਕ ਗਰੀਬ ਬ੍ਰਾਹਮਣ ਦਾ ਡੋਲਾ, ਉਹਦੀ ਬ੍ਰਾਹਮਣੀ ਧਰਮ ਪਤਨੀ ਜਿਹੜੀ ਸੀ, ਉਹਨੂੰ ਸੁਰੱਖਿਅਤ ਰੂਪ ਵਿੱਚ ਉਹਨਾਂ ਦੇ ਹਵਾਲੇ ਕੀਤਾ। ਇਹ ਉਹ ਬਾਬਾ ਅਜੀਤ ਸਿੰਘ ਜਿਹੜੇ ਸਰਸਾ ਨਦੀ ਦੇ ਕੰਢੇ ਤੋਂ ਪਹਿਲਾਂ ਜੂਝ ਰਹੇ ਨੇ। ਇਹਨੇ ਨੂੰ ਪਹੁੰਚ ਗਏ ਸ਼ਹੀਦ ਭਾਈ ਮਨੀ ਸਿੰਘ ਹੋਣਾ ਦੇ ਸੁਪੁੱਤਰ ਬਾਬਾ ਉਦੇ ਸਿੰਘ। ਇਹ ਬਾਬਾ ਉਦੇ ਸਿੰਘ ਭਾਈ ਬਚਿੱਤਰ ਸਿੰਘ ਹੋਣਾ ਦੇ ਸਕੇ ਭਰਾ ਨੇ, ਜਿਨ੍ਹਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਮਿਲਿਆ ਤੇ ਉਹਨਾਂ ਨੇ ਨਾਗਣੀ ਦੇ ਨਾਲ ਮਸਤ ਹਾਥੀ ਦਾ ਮੁਕਾਬਲਾ ਕੀਤਾ ਸੀ। ਇਹ ਬਾਬਾ ਉਦੇ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਅੱਜ ਵੀ ਆਨੰਦਪੁਰ ਸਾਹਿਬ ਜਦੋਂ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ, ਇੱਕ ਕਰਪਾ ਵਰਸ਼ਾ ਉੱਥੇ ਦਰਸ਼ਨਾਂ ਵੇਲੇ ਹਾਜ਼ਰ ਹੁੰਦਾ ਹੈ, ਜਿਹਦਾ ਇਤਿਹਾਸ ਦੱਸਿਆ ਜਾਂਦਾ ਹੈ ਕਿ ਜਦੋਂ ਰਾਜੇ ਕੇਸਰੀ ਚੰਦ ਨੇ ਇਹ ਕਿਹਾ ਸੀ ਮੈਂ ਸਿੱਖਾਂ ਦੇ ਗੁਰੂ ਕਲਗੀਧਰ ਪਾਤਸ਼ਾਹ ਦਾ ਸੀਸ ਕੱਟਣਾ, ਤੇ ਉਸ ਵੇਲੇ ਭਾਈ ਉਦੇ ਸਿੰਘ ਪ੍ਰਣ ਕਰਕੇ ਗਿਆ ਤੇ ਜਾ ਕੇ ਰਾਜੇ ਕੇਸਰੀ ਚੰਦ ਦਾ ਸਿਰ ਕੱਟ ਕੇ ਕਰਪੇ ਵਰਸ਼ੇ ਦੀ ਨੋਕ ਤੇ ਟਿਕਾ ਕੇ ਲਿਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ। ਪਾਤਸ਼ਾਹ ਜਿਹੜਾ ਤੁਹਾਡੇ ਸਿਰ ਕੱਟਣ ਦੀ ਗੱਲ ਕਰਦਾ ਸੀ, ਅੱਜ ਉਹਦਾ ਸਿਰ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ। ਬਾਬਾ ਉਦੇ ਸਿੰਘ ਤੇ ਭਾਈ ਜੀਵਨ ਸਿੰਘ ਜੀ ਇੰਨੀ ਬਹਾਦਰੀ ਨਾਲ ਜੂਝੇ ਕਿ ਇਤਿਹਾਸਕਾਰਾਂ ਨੇ ਭਾਈ ਉਦੇ ਸਿੰਘ ਹੋਣਾ ਦੀ ਸ਼ਹਾਦਤ ਦਾ ਉੱਥੇ ਜ਼ਿਕਰ ਕੀਤਾ। ਭਾਈ ਜੈਤਾ ਜੀ ਭਾਈ ਜੀਵਨ ਸਿੰਘ ਹੋਣਾ ਦੀ ਸ਼ਹਾਦਤ ਬਾਰੇ ਇਤਿਹਾਸਕਾਰਾਂ ਦੇ ਦੋ ਤਰ੍ਹਾਂ ਦੇ ਖਿਆਲ ਨੇ। ਕੁਝ ਨੇ ਤਾਂ ਉੱਥੇ ਬਾਬਾ ਉਦੇ ਸਿੰਘ ਦੇ ਨਾਲ ਹੀ ਉਹਨਾਂ ਦੀ ਸ਼ਹਾਦਤ ਲਿਖੀ ਹੈ, ਕੁਝ ਇਤਿਹਾਸਕਾਰਾਂ ਨੇ ਅੱਗੇ ਆ ਕੇ ਚਮਕੌਰ ਸਾਹਿਬ ਵਿਖੇ ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਇਧਰ ਜਦੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਸਰਸਾ ਨਦੀ ਨੂੰ ਪਾਰ ਕਰਦੇ ਨੇ ਤੇ ਉਹਨਾਂ ਦੇ ਪਰਿਵਾਰ ਦਾ ਜਦੋਂ ਵਿਛੋੜਾ ਪੈਂਦਾ ਹੈ, 3 ਹਿੱਸਿਆਂ ਦੇ ਵਿੱਚ ਪਰਿਵਾਰ ਜਿਹੜਾ ਹੈ ਉਹ ਵੰਡਿਆ ਜਾਂਦਾ ਹੈ। ਇੱਕ ਪਾਸੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਆਪ, ਉਹਨਾਂ ਦੇ ਨਾਲ 5 ਪਿਆਰੇ ਸਹਿਬਾਨ, ਵੱਡੇ ਸਾਹਿਬਜ਼ਾਦੇ ਤੇ 40 ਗੁਰਸਿੱਖ ਜੋ ਰੋਪੜ ਆਦਿਕ ਇਲਾਕੇ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਗੜੀ ਵੱਲ ਪਹੁੰਚ ਗਏ। ਦੂਸਰੇ ਪਾਸੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਕੁੰਮੇ ਮਾਸ਼ਕੀ ਦੇ ਘਰ ਰਾਤ ਕੱਟਣ ਤੋਂ ਬਾਅਦ ਗੰਗੂ ਰਸੋਈਏ ਦੇ ਪਿੰਡ ਸਹੇੜੀ, ਜਿਹਨੂੰ ਕਈਆਂ ਨੇ ਖੇੜੀ ਵੀ ਕਿਹਾ, ਉਸ ਪਾਸੇ ਵੱਲ ਚਲੇ ਗਏ। ਇਹ ਮਾਤਾ ਗੁਜਰ ਕੌਰ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕਦੇ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੂਝਦਿਆਂ ਵੇਖਿਆ। ਬਸ ਉਸ ਦਿਨ ਤੋਂ ਬਾਅਦ ਇੰਨੀ ਦ੍ਰਿੜਤਾ ਆਈ ਕਿ ਭਾਵੇਂ ਆਪਣੇ ਪਤੀ ਨੂੰ ਦਿੱਲੀ ਵੱਲ ਤੋਰਿਆ, ਪਤੀ ਦਾ ਸੀਸ ਆਪਣੇ ਹੱਥਾਂ ਵਿੱਚ ਸੰਭਾਲਿਆ, ਚਾਹੇ ਰਣਜੀਤ ਨਗਾਰਾ ਵੱਜਿਆ, ਮਸੰਦਾਂ ਦੀ ਵਿਰੋਧਤਾ ਆਈ, ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਪਿਆ, ਸਰਹੰਦ ਦੀ ਦੀਵਾਰ ਠੰਡਾ ਬੁਰਜ ਆਇਆ। ਸਾਨੂੰ ਉਸ ਮਾਂ ਤੇ ਮਾਣ ਹੋਣਾ ਚਾਹੀਦਾ ਜਿਸ ਮਾਂ ਨੇ ਅੰਤਲੇ ਸਵਾਸਾਂ ਤੱਕ ਆਪਣਾ ਜਿਹੜਾ ਪ੍ਰਣ ਸੀ ਉਹ ਨਿਭਾਇਆ। ਕਦੇ ਪੁੱਛਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੁਸੀਂ ਸ਼ਹੀਦ ਹੋਣ ਲਈ ਚੱਲੇ ਹੋ, ਤੁਹਾਡੀ ਨਿਭ ਚੱਲੀ ਆ, ਸਾਡੀ ਵੀ ਨਿਭ ਆਵੇ, ਕੋਈ ਸ਼ਹਾਦਤ ਦਾ ਸਬਕ ਦੇ ਕੇ ਜਾਓ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਹੇ ਸਨ, ਦਿੱਲੀ ਤੋਂ ਸਾਡਾ ਸੀਸ ਆਵੇਗਾ, ਉਸ ਸੀਸ ਦੇ ਦਰਸ਼ਨ ਕਰਕੇ ਸ਼ਹਾਦਤ ਦਾ ਸਬਕ ਆਪ ਵੀ ਪੜ੍ਹਨਾ ਤੇ ਆਪਣੇ ਪੁੱਤਰ ਤੇ ਪੋਤਰਿਆਂ ਨੂੰ ਵੀ ਪੜ੍ਹਾਉਣਾ। ਸੱਚਮੁੱਚ ਸਿੱਖ ਇਤਿਹਾਸ ਦੇ ਵਿੱਚ, ਸਿੱਖ ਜਗਤ ਦੇ ਵਿੱਚ ਮਾਤਾ ਗੁਜਰ ਕੌਰ ਦੀ ਸ਼ਖਸੀਅਤ ਬਹੁਤ ਸ਼ਾਨਾਮਤੀ ਹੈ ਕਿ ਜਦੋਂ ਹਿੰਦੁਸਤਾਨ ਦੀ ਧਰਤੀ ਤੇ ਔਰੰਗਜ਼ੇਬ ਚਾਹੁੰਦਾ ਸੀ
ਕਿ ਮੈਂ ਕਸ਼ਮੀਰੀ ਪੰਡਤਾਂ ਨੂੰ ਜਾਂ ਤਾਂ ਜਬਰੀ ਮੁਸਲਮਾਨ ਬਣਾ ਲਵਾਂ ਤੇ ਜਾਂ ਇਹਨਾਂ ਨੂੰ ਮੈਂ ਸ਼ਹੀਦ ਕਰ ਦਵਾਂ। ਉਹਨਾਂ ਦੀ ਫਰਿਆਦ ਨੂੰ ਸੁਣ ਕੇ ਮਾਤਾ ਗੁਜਰ ਕੌਰ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵੱਲ ਭੇਜਿਆ ਸੀ। ਕਦੇ ਆਪਣੇ ਸੁਹਾਗ ਭਾਗ ਵੱਲ ਨਜ਼ਰ ਮਾਰ ਕੇ ਵੇਖਣ ਭੈਣਾ ਕਿ ਹਿੰਦੁਸਤਾਨ ਦੀ ਧਰਤੀ ਤੇ ਨਿਤ ਸੁਹਾਗਣ ਰਹਿਣ ਦੀਆਂ ਅਸੀਸਾਂ ਦਿੱਤੀਆਂ ਜਾਂਦੀਆਂ ਨੇ। ਇੱਥੇ ਲੋਕੀ ਕਰਮ ਕਾਂਡ ਕਰਦੇ ਨੇ ਵੀ ਸਾਡਾ ਸੁਹਾਗ ਭਾਗ ਕਾਇਮ ਰਵੇ, ਕਿ ਮਾਤਾ ਗੁਜਰ ਕੌਰ ਨੂੰ ਆਪਣਾ ਸੁਹਾਗ ਨਹੀਂ ਸੀ ਚਾਹੀਦਾ। ਪਰ ਪਤਾ ਸੀ ਮਾਤਾ ਗੁਜਰ ਕੌਰ ਨੂੰ ਜੇ ਮੈਂ ਆਪਣਾ ਸੁਹਾਗ ਬਚਾਇਆ ਤੇ ਕੱਲ ਸੂਰਜ ਚਾੜਨ ਦੀ ਦੇਰ ਹੈ, ਔਰੰਗਜ਼ੇਬ ਨੇ ਲੱਖਾਂ ਸੁਹਾਗ ਉਜਾੜ ਦੇਣੇ ਨੇ। ਇਹ ਪਹਿਲੀ ਮਾਤਾ ਸੀ ਮਾਤਾ ਗੁਜਰੀ ਜਿਨਨੇ ਆਪਣਾ ਸੁਹਾਗ ਕੁਰਬਾਨ ਕਰਕੇ ਲੱਖਾਂ ਸੁਹਾਗ ਉਜੜਨ ਤੋਂ ਬਚਾਏ ਨੇ। ਹੈ ਮਾਤਾ ਗੁਜਰ ਕੌਰ ਦਾ ਕੋਈ ਬਦਲ? ਇਹੋ ਜੀ ਸ਼ਖਸੀਅਤ ਉਹ। ਤੇ ਅੱਜ ਜਦੋਂ ਅਸੀਂ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹਾਂ, ਸੱਚਮੁੱਚ ਸਮੁੱਚੇ ਆਨੰਦਪੁਰ ਸਾਹਿਬ ਦੇ ਕਿਲੇ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ, ਸਰਹੰਦ ਦੀ ਦੀਵਾਰ ਤੱਕ ਸਮੁੱਚੇ ਸ਼ਹੀਦਾਂ ਨੂੰ ਆਪਾਂ ਯਾਦ ਕਰਾਂਗੇ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ ਤੇ ਤੀਸਰੇ ਪਾਸੇ ਬਜ਼ੁਰਗ ਗੁਰਸਿੱਖ ਭਾਈ ਮਨੀ ਸਿੰਘ ਜੋ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦੇ ਨਾਲ ਦਿੱਲੀ ਗਏ। ਉੱਥੋਂ ਫਿਰ ਦਮਦਮਾ ਸਾਹਿਬ ਦੀ ਧਰਤੀ ਤੇ ਵੀ ਆਏ। ਜਦੋਂ ਉਹਨਾਂ ਨੇ ਆ ਕੇ ਪੁੱਛਿਆ, ਸਤਿਗੁਰੂ ਜੀ ਸਾਰੀ ਸੰਗਤ ਨਜ਼ਰ ਆਉਂਦੀ ਹੈ ਪਰ ਸਾਡੇ ਸਾਹਿਬਜ਼ਾਦੇ ਲਖਤੇ ਜਿਗਰ, ਸਾਡੇ ਲਾਲ ਨਜ਼ਰ ਨਹੀਂ ਆਉਂਦੇ। ਤੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਵੱਡ ਵਡੇਰਿਆਂ ਵੱਲ ਇਸ਼ਾਰਾ ਕਰਕੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੋਏ ਤਾਂ ਕਿਆ ਹੁਆ ਇਹ ਜੀਵਤ ਕਈ ਹਜ਼ਾਰ। ਸਾਹਿਬ ਨੇ ਕਿਹਾ ਸੀ ਆ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਮੇਰੇ ਆਪਣੇ ਪੁੱਤਰ ਧੀਆਂ ਨੇ। ਮੈਂ ਇਹਨਾਂ ਦੀ ਖਾਤਰ ਆਪਣੇ 4 ਲਖਤੇ ਜਿਗਰ 4 ਸਾਹਿਬਜ਼ਾਦੇ ਜਿਹੜੇ ਨੇ ਉਹ ਕੁਰਬਾਨ ਕਰ ਦਿੱਤੇ ਨੇ। ਮੈਂ ਸੰਖੇਪ ਵਿੱਚ ਅਰਜ਼ ਕਰਾਂ ਕਿ ਇੱਕ ਪਾਸੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਸਮੇਤ 5 ਪਿਆਰੇ ਸਹਿਬਾਨ, 40 ਗੁਰਸਿੱਖ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਗੜੀ ਵਿੱਚ ਜਿੱਥੇ ਅਣਗਿਣਤ ਫੌਜਾਂ ਚੜ ਕੇ ਆਈਆਂ, ਜਿਹਦਾ ਜ਼ਿਕਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਜਫਰਨਾਮੇ ਵਿੱਚ 10 ਲੱਖ ਵੀ ਕੀਤਾ। ਕਿਉਂਕਿ ਸਾਹਿਬ ਜੀ ਦੇ ਬਚਨ ਨੇ ਜਦੋਂ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ, ਸਾਹਿਬ ਨੇ ਚੇਤਾ ਕਰਾਇਆ, ਕਹਿਣ ਲੱਗੇ ਠੀਕ ਹੈ ਔਰੰਗਜ਼ੇਬ ਕਿ ਤੂੰ ਆਪਣੇ ਆਪ ਨੂੰ ਸ਼ਹਿਨਸ਼ਾਹ ਅਖਵਾਉਣਾ, ਤੈਨੂੰ ਨਹੀਂ ਦਿਖਾਈ ਦਿੰਦਾ ਕਿ ਜਿਹੋ ਜੇ ਹਾਥੀ, ਜਿਹੋ ਜੇ ਘੋੜੇ, ਜਿਹੋ ਜਿਹਾ ਲਸ਼ਕਰ, ਜਿਹੋ ਜਿਹਾ ਤੋਸ਼ਾਖਾਨਾ ਮੇਰਾ, ਵੀ ਅਕਾਲ ਪੁਰਖ ਵੀ ਸ਼ਹਿਨਸ਼ਾਹ ਹੋ ਸਕਦਾ, ਉਹਦੇ ਵੀ ਇਸ ਤਰ੍ਹਾਂ ਦੇ ਲਸ਼ਕਰ ਜਾਂ ਤੋਸ਼ੇਖਾਨੇ ਹੋ ਸਕਦੇ ਨੇ। ਹੈ ਔਰੰਗਜ਼ੇਬ ਤੈਨੂੰ ਨਜ਼ਰ ਨਹੀਂ ਆਉਂਦਾ, ਪਰ ਅਸਲ ਵਿੱਚ ਇਹ ਸਾਰੀ ਜਿਹੜੀ ਐਸ਼ ਇਸ਼ਰਤ ਹੈ ਇਹ ਤੈਨੂੰ ਦੇਣ ਵਾਲਾ ਉਹ ਖੁਦਾ ਹੈ, ਜਿਹਦੇ ਬਾਰੇ ਤੈਨੂੰ ਇੱਕ ਭੁਲੇਖਾ ਪਿਆ ਹੋਇਆ ਵੀ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦਾ ਇਹ ਐਸ਼ੋ ਅਰਸ਼। ਉਹ ਇਹ ਸਭ ਕੁਝ ਤਾਜ ਬਾਜ ਦੇਣ ਵਾਲਾ ਉਹ ਦਾਤਾ ਹੈ, ਰਾਜ ਭਾਗ ਦੇਣ ਵਾਲਾ ਉਹ ਆਪ ਹੈ। ਇਸੇ ਕਰਕੇ ਸਾਹਿਬ ਨੇ ਜ਼ਿਕਰ ਕਰਾਇਆ ਕਿ ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾ ਜਰ, ਕਿ ਮਾਰਾ ਨਿਗਾਹ ਅਸਤ ਜਜਦਾ ਸ਼ੁਕਰ। ਜਿੱਥੇ ਜ਼ਫਰਨਾਮੇ ਵਿੱਚ ਜ਼ਿਕਰ ਕੀਤਾ ਔਰੰਗਜ਼ੇਬ ਤੂੰ ਇਹ ਗੱਲ ਦੱਸ ਵੀ ਜਿਹੜਾ ਬੰਦਾ ਆਪਣੇ ਇਸ਼ਟ ਦੀ ਕਸਮ ਖਾ ਕੇ ਤੋੜ ਦਵੇ ਕਿ ਉਹਦਾ ਕੋਈ ਈਮਾਨ ਜਾਂ ਧਰਮ ਹੋ ਸਕਦਾ। ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਨਾ ਈਮਾਨ ਪਰਸਤੀ ਨਾ ਉਜਾਏ ਦੀਨ, ਨਾ ਸਾਹਿਬ ਸਨਾਸੀ ਨਾ ਮੁਹੰਮਦ ਯਕੀਨ, ਨਾ ਤੁਰਾ ਜੇਬਦ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬਾਂ ਨਾਇਦ ਫਰੇਬ। ਉਹ ਜਫਰਨਾਮੇ ਵਿੱਚ ਸਤਿਗੁਰਾਂ ਜ਼ਿਕਰ ਕੀਤਾ ਹੈ ਕਿ ਗੁਲਸ਼ਨੇ ਚੇਕਾਰੇ ਕੁਨਦ ਚੇਹਲ ਨਰ, ਕਿ 10 ਲੱਖ ਬਰਾਇਦ ਬਰੂ ਬੇਖਬਰ। ਵੇਖ ਇੱਕ ਪਾਸੇ 40 ਗੁਰਸਿੱਖ ਕਈ ਦਿਨਾਂ ਦੇ ਥੱਕੇ ਟੁੱਟੇ, ਕਈ ਦਿਨਾਂ ਦੇ ਭੁੱਖੇ ਪਿਆਸੇ, ਤੇ ਦੂਸਰੇ ਪਾਸੇ 10 ਲੱਖ ਦੀ ਗਿਣਤੀ ਦੇ ਵਿੱਚ ਜਿਹੜਾ ਮੁਲਖਈਆ ਸੀ ਉਹ ਟੁੱਟ ਕੇ ਆ ਪਿਆ, ਜਿਹਦੇ ਵਿੱਚ ਸੂਬਾ ਸਰਹੰਦ, ਸੂਬਾ ਕਸ਼ਮੀਰ, ਸੂਬਾ ਲਾਹੌਰ, ਸੂਬਾ ਮਲੇਰਕੋਟਲਾ ਤੇ ਦਿੱਲੀ ਤੋਂ ਜਿਹੜੀ ਉਸ ਵੇਲੇ ਮੰਗਵੀ ਧਾੜ ਭੇਜੀ ਗਈ, ਖਾਸ ਕਰਕੇ ਉਹ ਦਿਹਾੜੀਦਾਰ ਜਿਹੜੇ ਕੇਵਲ ਲੁੱਟ ਖਸੁੱਟ ਦੀ ਮਨਸਾ ਨਾਲ ਸ਼ਾਮਲ ਹੋਏ ਸਨ, ਲੱਖਾਂ ਦੀ ਗਿਣਤੀ ਵਿੱਚ ਲਸ਼ਕਰ ਜਿਹੜਾ ਸੀ ਉਹ ਚੜ ਕੇ ਆਇਆ। ਸਾਹਿਬ ਨੇ ਉੱਥੇ ਜ਼ਿਕਰ ਕੀਤਾ, ਮੈਂ ਸੰਖੇਪ ਵਿੱਚ ਉਹਦਾ ਹਵਾਲਾ ਦੇਣਾ ਚਾਹਾਂਗਾ
ਕਿ ਜੇ ਉਹਨਾਂ ਨੇ ਪੌੜੀ ਲਾ ਕੇ ਚੜ ਕੇ ਵੇਖਣ ਦਾ ਯਤਨ ਕੀਤਾ ਕਿ ਗੜੀ ਦੇ ਅੰਦਰ ਕਿੰਨੀ ਕੁ ਗਿਣਤੀ ਹੈ, ਕਰਮਵਾਰ ਨਾਰ ਖਾਂ ਤੇ ਗਨੀ ਖਾਂ ਵਰਗੇ ਜਿੱਚ ਕਰ ਦਿੱਤੇ। ਪਰ ਔਰੰਗਜ਼ੇਬ ਦਾ ਭੇਜਿਆ ਖਵਾਜਾ ਮਹਿਮੂਦ, ਜਿਹਨੂੰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਜਫਰਨਾਮੇ ਵਿੱਚ ਮਰਦੂਦ ਲਿਖਿਆ ਕਿ ਆ ਤੇਰੇ ਜਰਨੈਲ ਨੇ, ਇਹ ਸੱਚਮੁੱਚ ਸਾਹਿਬ ਕਹਿੰਦੇ ਮਰਦਾਂ ਵਾਂਗ ਮੇਰੇ ਸਾਹਮਣੇ ਨਾ ਆਇਆ। ਚਮਕੌਰ ਸਾਹਿਬ ਦੀ ਗੜੀ ਦੀ ਜਿਹੜੀ ਕੰਧ ਸੀ, ਉਹਦੀ ਛਾਇਆ ਉਹਦੇ ਪਰਛਾਵੇਂ ਏਟੀ ਨਮਰਦਾਂ ਵਾਂਗ ਕਾਇਰਾਂ ਦੇ ਵਾਂਗ ਲੁਕਿਆ ਰਿਹਾ। ਕਾਸ਼ ਕਿਤੇ ਉਹ ਵੀ ਨਾਰ ਖਾਂ ਵਾਂਗ ਗਨੀ ਖਾਂ ਵਾਂਗ ਮੇਰੇ ਸਾਹਮਣੇ ਆਉਂਦਾ ਤੇ ਮੈਂ ਉਹਨੂੰ ਵੀ ਇੱਕ ਤੀਰ ਬਖਸ਼ਦਾ। ਸਾਹਿਬ ਨੇ ਜਫਰਨਾਮੇ ਵਿੱਚ ਜ਼ਿਕਰ ਕੀਤਾ ਕਿ ਆਂਖ ਵਾਜਾ ਮਰਦੂਦ ਕਿ ਛਾਇਆ ਦੀਵਾਰ, ਨਾ ਆਮਦ ਬਾ ਮੈਦਾਨੇ ਬਾ ਮਰਦਾਨੇ ਵਾਰ। ਅੱਗੇ ਜ਼ਿਕਰ ਕੀਤਾ ਦਰੇਗਾ ਅਗਰ ਰੂਏ ਉਹ ਦੀਦ में बा जक तीर लाचार बख्शीद में। उस जफरनामे में सतगुरु जी ने जिक्र किया कि वेख औरंगजेब साडे ते अल्लाह ताला दी किन्नी फजल किन्नी कृपा है कि तेरी 10 लाख सैना दा मुकाबला साडे 40 गुरसिखां ने कीता है। उहदे विच सतगुरु जी ने 5-5 गुरसिखां दा जथा बना के तोरिया। कर्मवार ਪੰਜਾਂ ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋ ਗਏ, ਕਿਉਂਕਿ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਅੱਗੇ ਨਾਲ ਗਏ ਨੇ ਸਤਿਗੁਰਾਂ ਦੇ। ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ 3 ਪਿਆਰੇ ਪੰਜਾਂ ਪਿਆਰਿਆਂ ਵਿੱਚੋਂ ਚਮਕੌਰ ਸਾਹਿਬ ਵਿਖੇ ਸ਼ਹੀਦ ਹੋਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸਤਿਗੁਰਾਂ ਤੋਂ ਆਗਿਆ ਮੰਗੀ। ਦੁਸ਼ਮਣ ਦੀ ਫੌਜ ਵਿੱਚ ਇਸ ਢੰਗ ਦੇ ਨਾਲ ਤਲਵਾਰ ਚਲਾਉਂਦੇ ਸਨ ਕਿ ਉਹ ਤੋਬਾ ਕਰ ਉੱਠੇ ਕਿ ਜਿਵੇਂ ਕਿਤੇ ਅਸਮਾਨ ਦੀ ਬਿਜਲੀ ਲਿਸ਼ਕਦੀ ਹੋਵੇ। ਕਈਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਬਾਬਾ ਅਜੀਤ ਸਿੰਘ ਵੀ ਸ਼ਹੀਦ ਹੋ ਗਏ। ਬਾਬਾ ਜੁਝਾਰ ਸਿੰਘ ਹੋਣਾ ਨੇ ਆਪਣੇ ਆਪ ਤਿਆਰੀ ਕਰ ਲਈ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਲਖਤੇ ਜਿਗਰ, ਅੱਜ ਜੇ ਕਿਤੇ ਤੈਨੂੰ ਤੋਰਨਾ ਪੈਂਦਾ ਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਸ਼ਹਾਦਤਾਂ ਦੀ ਲੋੜ ਪੈਣੀ ਸੀ, ਪ੍ਰੇਰਨਾ ਕਰਨੀ ਪਿਆ ਕਰਨੀ ਸੀ, ਪਰ ਅੱਜ ਤੂੰ ਆਪਣੇ ਆਪ ਹੀ ਤਿਆਰ ਹੋ ਗਿਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿਤੇ ਦੇਸ਼ ਕੌਮ ਲਈ ਮਨੁੱਖਤਾ ਲਈ ਸ਼ਹੀਦਾਂ ਦੀ ਲੋੜ ਪਵੇਗੀ, ਆਪਣੇ ਆਪ ਹੀ ਤਿਆਰੀਆਂ ਹੋ ਜਾਇਆ ਕਰਨਗੀਆਂ, ਕਦੇ ਪ੍ਰੇਰਨਾ ਕਰਨ ਦੀ ਲੋੜ ਨਹੀਂ ਪਵੇਗੀ। ਬਾਬਾ ਜੁਝਾਰ ਸਿੰਘ ਵੀ ਜੂਝਦੇ ਹੋਏ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਹੋ ਗਏ। ਮੈਂ ਜ਼ਿਕਰ ਕਰ ਰਿਹਾ ਸੀ ਦੁਨਿਆਵੀ ਪੈਗੰਬਰਾਂ ਦਾ, ਰਿਸ਼ੀ ਮੁਨੀਆਂ ਦਾ, ਜਿਹੜੇ ਆਪਣੇ ਬੱਚਿਆਂ ਨੂੰ ਮਰਦਿਆਂ ਵੇਖ ਕੇ ਜਾਂ ਮੌਤ ਦੀ ਖਬਰ ਸੁਣ ਕੇ, ਕਿਉਂਕਿ ਅਰਜਨ ਵਰਗਾ ਵੀ ਜਦੋਂ ਸੁਣਦਾ ਕਿ ਅਭਿਮਨਯੂ ਮਾਰਿਆ ਗਿਆ, ਦਿਮਾਗੀ ਸੰਤੁਲਨ ਖੋ ਜਾਣ ਦਾ ਖਤਰਾ ਬਣ ਗਿਆ। पर इधर बेटों के कत्ल होने की सुनी जू ही खबर, शुक्रिया अकाल का किया उठाकर सर, अर्ज की के कर बंदा पे कृपा की नजर, आज मुझ पर से तेरी अमानत अदा हुई, बच्चों की जान धर्म की खातर फिदा हुई। इसे करके वो सच्चा सुच्चा मुसलमान जोगी अल्लाह जार खां लिखदा है, तीर्थां ते यात्रा करन वालिओ, तीर्थां दा इशनान करन वालिओ, कश्मीर तो लैके कन्या कुमारी तक चप्पा चप्पा धरती तीर्थां नाल भरी नजर आवेगी, पर हिंदुस्तान विच इक्को ही तीर्थ है, वो है चमकौर साहब, जिथे एक बापू ने धर्म की खातर मानवता की खातर शहीद होने वास्ते अपने हथी अपने पुत्रां नूं तोरिया होवे। चमक है मेहर की चमकौर तेरे जरों में, जहीं से बनकर सितारे गए, आसमां के लिए बस एक हिंद में तीर्थ है यात्रा के लिए, कटाए बाप ने बेटे जहां खुदा के लिए। संक्षेप में जिक्र करा कि जदों माता गुजर कौर जी दे समेत छोटे साहबजादे ठंडे बुरज विच ने, लगातार 2-3 दिन जदों पेशी पैंदी रही, इधरों सूबा सरहंद हारिया होया कि मैं गुरु कलगीधर पातशाह नूं पकड़ नहीं सकिया। उन्हें सोचिया कि हुण मैं माता जी उपर ते छोटे साहबजादियां ते तशद्दद करांगा, शायद इस तरह मैं अपना अंदर शांत कर सकां। मलेरकोटले दे नवाब ने हा दा नारा भी मारिया, भावें कि वो होर किसे गल नाल सहमत नहीं सी। वो कहंदा गुरु गोबिंद सिंह मेरे सामने आउण, मेरे 2 भरा कतल होए ने चमकौर दी गड़ी विच, मैं उन्हां नाल मैदाने जंग अंदर जूझना चाहुंदा। बाबा बंदा सिंह बहादुर ने जिहड़ा फैसला कुन
ਚੱਪੜ ਚਿੜੀ ਦੇ ਮੈਦਾਨ ਵਿੱਚ ਯੁੱਧ ਲੜਿਆ। ਇਹ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ ਉਦੋਂ ਵੀ ਇਸ ਯੁੱਧ ਦੇ ਵਿੱਚ ਸ਼ਾਮਲ ਹੋਇਆ ਸੀ ਸੂਬਾ ਸਰਹੰਦ ਵੱਲ, ਪਰ ਸਾਹਿਬਜ਼ਾਦਿਆਂ ਦੀ ਉਮਰ ਨੂੰ ਵੇਖਦਿਆਂ ਉਹਨੇ ਹਾ ਦਾ ਨਾਰਾ ਮਾਰਿਆ ਸੀ ਕਿ ਇਹ ਸ਼ੀਰਖੋਰ ਬਾਲਕ, ਅਜੇ ਦੁੱਧ ਚੁੰਗਣ ਵਾਲੇ ਬਾਲਕ, ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਇਹਨਾਂ ਨੂੰ ਫਤਵਾ ਲਾ ਕੇ ਆਪਾਂ ਸ਼ਹੀਦ ਕਰੀਏ। ਠੰਡੇ ਬੁਰਜ ਤੋਂ ਮਾਤਾ ਜੀ ਨੇ ਸਿੱਖਿਆ ਦੇਣੀ, ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਣਾ, ਹਰ ਹੀਲਾ ਵਰਤ ਕੇ ਵੇਖ ਲਿਆ। ਇੱਕ ਦਿਨ ਸੂਬਾ ਸਰਹੰਦ ਨੇ ਲਾਲਚ ਦਿੱਤਾ ਕਿ ਜੇ ਕਿਤੇ ਤੁਸੀਂ ਆਪਣਾ ਧਰਮ ਤਿਆਗ ਕੇ ਸਾਡੀ ਗੱਲ ਕਬੂਲ ਕਰੋ ਤੇ ਅਸੀਂ ਤੁਹਾਨੂੰ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਮਿਲਾਵਾਂਗੇ। ਜਿੰਨੀ ਤੁਸੀਂ ਜਗੀਰ ਕਹੋਗੇ, ਰਾਜ ਭਾਗ ਕਹੋਗੇ, ਉਹਨਾਂ ਟੁਕੜਾ ਤੁਹਾਨੂੰ ਰਾਜ ਭਾਗ ਦਾ ਜਗੀਰ ਵਜੋਂ ਦਿੱਤਾ ਜਾਵੇਗਾ। ਨਿਕਾਹ ਪੜ੍ਹਾਏ ਜਾਣਗੇ, ਜਿੰਨੇ ਡੋਲੇ ਕਹੋਗੇ ਬੇਗਮਾਂ ਦੇ ਦਿੱਤੇ ਜਾਣਗੇ। ਸਾਹਿਬਜ਼ਾਦੇ ਕਹਿਣ ਲੱਗੇ ਤੁਸੀਂ ਇਹ ਸਾਰਾ ਕੁਝ ਦੇ ਸਕਦੇ ਹੋ, ਪਰ ਸਾਡੀ ਵੀ ਗੱਲ ਸੁਣੋ ਵੀ ਅਸੀਂ ਕੀ ਕਰ ਸਕਦੇ ਹਾਂ। ਉੱਥੇ ਜ਼ਿਕਰ ਕੀਤਾ ਕਥਾ ਗੁਰ ਸੁਤਨ ਕੀ ਵਿੱਚ ਭਾਈ ਦੁੰਨਾ ਸਿੰਘ ਹੋਰਾਂ ਨੇ ਕਿ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਤੁਮੈ ਸ਼ਾਹ ਕੋ ਮੇਲ ਕਰਾਵੇਂ, ਬਹੁ ਦੇਸ਼ਨ ਕੋ ਰਾਜ ਦਵਾਵੇਂ, ਧਨ ਭੂਖਨ ਤੁਮ ਅਨਗਨ ਦੈ ਹੈ, ਦੁਖਤਰ ਸੋ ਸੁਖਤਰ ਹਵੈ ਹੈ, ਜੇਤੀ ਨਾਰ ਚਾਹੈ ਸੋ ਦੇਈ, ਨੀਲ ਪਟੰਬਰ ਧਾਰੋ ਇਹੀ ਬਸ, ਕਲਮਾ ਪੜੋ ਤੇ ਇਸਲਾਮ ਧਾਰਨ ਕਰੋ, ਜੋ ਕਵੋਗੇ ਮਿਲੇਗਾ। ਅੱਗੋਂ ਸਾਹਿਬਜ਼ਾਦਿਆਂ ਦਾ ਉੱਤਰ ਸੀ ਕਿਹੜੇ ਬਾਦਸ਼ਾਹ ਨੂੰ ਮਿਲਾਉਣ ਦੀ ਗੱਲ ਕਰ ਰਹੇ ਹੋ ਜਿਹਦਾ ਦੀਨ ਅਮਾਨ ਹੀ ਕੋਈ ਨਹੀਂ, ਜੋ ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ, ਕਤਲੇ ਬਰਾਦਰਾਂ ਜਿਸੇ ਮਾਮੂਲੀ ਸ਼ੈਦ ਹੋ। ਕਹਿਣ ਲੱਗੇ ਜਿਹਦੇ ਵਾਸਤੇ ਭਰਾਵਾਂ ਦਾ ਮਰਨਾ ਇੱਕ ਛੋਟੀ ਜੀ ਖਬਰ ਹੋਵੇ, ਜਿਹੜਾ ਕੁਰਾਨ ਵੀ ਪੜ੍ਹਦਾ ਤੇ ਪਿਤਾ ਨੂੰ ਕੈਦਖਾਨੇ ਵਿੱਚ ਵੀ ਬੰਦ ਕਰਦਾ, ਜਿਨੇ ਸਕੀ ਭੈਣ ਰੋਸ਼ਨ ਆਰਾ, ਸਕੀ ਬੇਟੀ ਜੇਬੁਲ ਨਿਸਾ, ਮੁਸਲਮਾਨ ਫਕੀਰ ਸਰਮਦ ਨੂੰ ਮੌਤ ਦੇ ਘਾਟ ਉਤਾਰਿਆ। ਗੁਰੂ ਤੇਗ ਬਹਾਦਰ ਸਾਹਿਬ 3 ਸਿੱਖ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤੇ। ਅਸੀਂ ਕੀ ਲੈਣਾ ਉਸ ਔਰੰਗਜ਼ੇਬ ਨੂੰ ਮਿਲ ਕੇ। ਕਹਿਣ ਲੱਗੇ ਤੁਸੀਂ ਇਹ ਕੁਝ ਕਰ ਸਕਦੇ ਹੋ, ਇੰਨਾ ਲਾਲਚ ਦੇ ਸਕਦੇ ਹੋ, ਪਰ ਇਹ ਕਚਹਿਰੀ ਹੈ, ਇਹਦੇ ਵਿੱਚ ਸਾਡਾ ਪੱਖ ਵੀ ਸੁਣੋ ਵੀ ਅਸੀਂ ਕੀ ਕਰ ਸਕਦੇ ਹਾਂ। ਅਸੀਂ ਉਸ ਦਾਦੇ ਦੇ ਪੋਤੇ ਹਾਂ ਜਿਹੜਾ ਦਾਦਾ ਧਰਮ ਲਈ ਸਿਰ ਤਾਂ ਦੇ ਸਕਦਾ ਪਰ ਈਨ ਕਦੇ ਕਬੂਲ ਨਹੀਂ ਕਰਦਾ, ਕਿਉਂਕਿ ਹਮਰੇ ਬੰਸ ਰੀਤ ਇਮ ਆਈ, ਸੀਸ ਦੀਏ ਪਰ ਧਰਮ ਨਾ ਜਾਈ। ਤੁਸੀਂ ਲਾਲਚ ਦੇ ਸਕਦੇ ਹੋ, ਅਸੀਂ ਸਿਰ ਦੇ ਸਕਦੇ ਹਾਂ। ਸਾਹਿਬਜ਼ਾਦਿਆਂ ਨੂੰ ਫਤਵਾ ਸੁਣਾ ਕੇ ਕਿਹਾ ਗਿਆ ਕਿ ਤੁਹਾਨੂੰ ਜਿੰਦੇ ਦੀਵਾਰ ਵਿੱਚ ਚਿਣ ਦਿੱਤਾ ਜਾਣਾ। ਜਦੋਂ ਕਰਮਵਾਰ ਇੱਟਾਂ ਉਸਾਰੀਆਂ ਜਾ ਰਹੀਆਂ ਸਨ, ਠੋਡੀ ਤੱਕ ਈਂਟੇ ਚੁੰਨਦੀ ਗਈ, मुंह पर आ गई, बीनी को ढांपते हुए आंखों पर छा गई, हर सी जबीन को घन सा लगा गई, लखते जिगर गुरु के वो दोनों छुपा गई। आखिरी इट्टां साहिबजादियां दे मूंह अगे लगणियां सन। जलाद काजी कहन लगा बस आ आखिरी इट्टां ने ਜਿਹੜੀਆਂ ਤੁਹਾਡੇ ਮੂੰਹ ਅੱਗੇ ਲੱਗਣੀਆਂ ਨੇ ਤੇ ਤੁਹਾਡੇ ਸਵਾਸ ਰੁਕ ਜਾਣੇ, ਤੁਹਾਡੇ ਸਵਾਸ ਬੰਦ ਹੋ ਜਾਣੇ ਨੇ। ਸਾਹਿਬਜ਼ਾਦਿਆਂ ਨੇ ਉੱਚੀ ਆਵਾਜ਼ ਵਿੱਚ, ਬੁਲੰਦ ਆਵਾਜ਼ ਵਿੱਚ ਕਿਹਾ ਸੀ ਸੂਬਿਆ ਸੱਚਮੁੱਚ ਇੱਧਰ ਸਾਡੇ ਸਵਾਸ ਰੁਕਣਗੇ, ਉਧਰ ਹਿੰਦੁਸਤਾਨ ਦੇ ਬੱਚਿਆਂ ਦੇ ਅੰਦਰ ਸਵਾਸ ਚੱਲਣਗੇ। ਅੱਜ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕਦੇ ਮਖਮਲੀ ਬਿਸਤਰਿਆਂ ਤੇ ਸੁੱਤਿਆਂ ਪਿਆਂ ਵੇਖਿਓ, ਉਹਨਾਂ ਦੇ ਅੰਦਰ ਜਿਹੜੇ ਸਵਾਸ ਚੱਲਦੇ ਨੇ ਉਹਨਾਂ ਨਾਲ ਕੰਨ ਲਾ ਕੇ ਸੁਣਿਓ, ਤੁਹਾਨੂੰ ਇੰਜ ਲੱਗੇਗਾ ਇਹ ਸਵਾਸ ਸਾਹਿਬਜ਼ਾਦਿਆਂ ਤੋਂ ਆਪਾਂ ਉਧਾਰੇ ਲਏ ਨੇ। ਫਿਰ ਕਿਸੇ ਸਿੱਖ ਬੱਚੇ ਦੇ ਸਿਰ ਤੇ ਕੈਂਚੀ ਨਹੀਂ ਚੱਲੇਗੀ, ਕੋਈ ਸਾਡੀ ਭੈਣ ਬਿਊਟੀ ਪਾਰਲਰ ਜਾ ਕੇ ਕੇਸਾਂ ਦੀ ਬੇਅਦਬੀ ਨਹੀਂ ਕਰੇਗੀ ਕਿ ਹਰ ਸਾਲ ਰੋ ਰੋ ਕੇ ਆਪਣੀਆਂ ਅੱਖਾਂ ਨੂੰ ਅਸੀਂ ਨਮ ਕਰਦੇ ਹਾਂ। ਕਰਨਾ ਵੀ ਚਾਹੀਦਾ। ਕਿੰਨਾ ਦਿਲ ਚੀਰਵਾਂ ਸਾਕਾ ਸੀ ਉਹ ਕਿ ਕਿਸੇ ਕਵੀ ਨੇ ਲਿਖਿਆ, ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਜਿੰਨਾ ਪਲ ਵਿੱਚ ਬਣਾਈ ਦੀਵਾਰ, ਫੁੱਟ 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 ਕੰਧ ਉੱਤੇ, ਫੁੱਟ ਫੁੱਟ ਵਿੱਤ ਛੱਡ ਕੇ ਖੜੇ ਕੀਤੇ ਉੱਤੇ ਹੋਣਹਾਰ, ਫੁੱਟ 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 ਲਹੂ ਸਿਮਦਾ, ਫੁੱਟ ਫੁੱਟ ਜਿਸਮ ਵਿੱਚੋਂ ਵੇਖਣ ਹਾਰ ਰੋਏ ਨਰ ਨਾਰ, ਫੁੱਟ ਫੁੱਟ ਲੋਕਾਂ ਦੇ ਕਲੇਜੇ ਫਟ ਗਏ, ਸਰਹੰਦ ਦੀ ਦੀਵਾਰ ਫਟ ਗਈ। ਪਰ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਉਹ ਅਡੋਲ ਖੜੇ ਸਨ। ਕਹਿਣ ਲੱਗੇ ਫੁੱਟ ਗਈ ਸਾਰੀ ਦੀ ਸਾਰੀ ਦੀਵਾਰ, ਫੁੱਟ ਫੁੱਟ
ਪਰ ਫੁੱਟੇ ਉਹ ਨਾ ਬਰਖਰਦਾਰ ਫੁੱਟ ਫੁੱਟ। ਸਾਹਿਬਜ਼ਾਦੇ ਕਹਿਣ ਲੱਗੇ ਇੱਧਰ ਸਾਡੇ ਸਵਾਸ ਰੁਕਣਗੇ, ਉਧਰ ਹਿੰਦੁਸਤਾਨ ਦੇ ਬੱਚਿਆਂ ਵਿੱਚ ਸਵਾਸ ਚੱਲਣਗੇ। ਹਮ ਜਾਨ ਦੇ ਕੇ औरों की जाने बचा चले, सिक्खी की सल्तनत का पौधा लगा चले। सिंगों की नीम हम हैं, सरों पे उठा चले। गद्दी से तख्तो ताज तो अब कौम पाएगी, इस दुनिया से जालमों का निशान तक मिटाएगी जोगी जी। इसके बाद हुई थोड़ी देर थी, बस्ती सरहंद शहर की बस ईंटों का ढेर थी। केवल ਆਪਣਿਆਂ ਨੇ ਨਹੀਂ, ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਨੂਰਾ ਮਾਈ ਸਰਹੰਦ ਤੋਂ ਖਬਰ ਲਿਜਾ ਕੇ ਸੁਣਾਉਂਦਾ ਤੇ ਸਾਹਿਬ ਕਹਿਣ ਲੱਗੇ ਕਿਤੇ ਨੂਰਿਆ ਇਹਦੇ ਵਿੱਚ ਕੋਈ ਲੁਕੋ ਕੇ ਨਾ ਗੱਲ ਰੱਖੀ ਵੀ ਪਿਤਾ ਨੇ ਬੱਚਿਆਂ ਦਾ ਇਤਿਹਾਸ ਸੁਣਨਾ ਤੇ ਤੂੰ ਕੋਈ ਗੱਲ ਬਦਲ ਕੇ ਪੇਸ਼ ਕਰੇ, ਕੋਈ ਵਧਾ ਚੜਾ ਕੇ ਕੋਈ ਦਿਲ ਰੱਖਣ ਵਾਲੀ ਗੱਲ ਕਰੇ। ਸੱਚ ਸੱਚ ਦੱਸੀ ਵੀ ਜਦੋਂ ਸਾਕਾ ਸਰਹੰਦ ਵਾਪਰਿਆ, ਛੋਟੀਆਂ ਜਿੰਦਾਂ ਨੇ ਜਦੋਂ ਵੱਡਾ ਸਾਕਾ ਕੀਤਾ, ਇਸੇ ਲਈ ਉਹਨਾਂ ਨੂੰ ਆਪਾਂ ਬਾਬੇ ਕਹਿੰਦੇ ਆ। ਸਾਡੇ ਬਾਬੇ ਕੌਣ ਨੇ? ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਅਕਾਲ ਪੁਰਖ ਤੋਂ ਬਾਅਦ 10 ਪਾਤਸ਼ਾਹੀਆਂ, ਫਿਰ ਗੁਰੂ ਗ੍ਰੰਥ ਸਾਹਿਬ, ਉਸ ਤੋਂ ਬਾਅਦ 5 ਪਿਆਰੇ ਸਾਹਿਬਾਨ ਤੇ ਅਗਲਾ ਥਾਂ 4 ਸਾਹਿਬਜ਼ਾਦਿਆਂ ਦਾ ਹੈ। ਨੂਰੇ ਮਾਈ ਨੂੰ ਸਤਿਗੁਰਾਂ ਨੇ ਕਿਹਾ ਸੀ ਕਿ ਤੂੰ ਰੂਬਰੂ ਸੈਂ ਉੱਥੋਂ ਕੋਈ ਗੱਲ ਨਾ ਲੁਕਾਈ, ਤੇ ਸਾਫ਼ ਸਾਫ਼ ਦੱਸੀ ਕਿਤੇ ਕਹਿਰ ਨਾ ਕਮਾਈ। ਕੋਈ ਹਿੰਜ ਤੇ ਨਾ ਕੇਰੀ, ਕੋਈ ਆ ਤੇ ਨਾ ਕੱਢੀ। ਮੇਰੇ ਲਾਲਾ ਨੇ ਕਿਤੇ ਉੱਚੀ ਸਾਹ ਤੇ ਨਾ ਕੱਢੀ। ਜਦੋਂ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਉੱਚੀ ਚੀਖ ਤੇ ਨਾ ਮਾਰੀ। ਨੂਰੇ ਮਾਈ ਨੇ ਕਿਹਾ ਸਤਿਗੁਰੂ ਉਹ ਤਾਂ ਉੱਚੀ ਉੱਚੀ ਜੈਕਾਰੇ ਗਜਾਉਂਦੇ ਹੋਏ ਸ਼ਹੀਦ ਹੋ ਰਹੇ ਸਨ ਤੇ ਕਹਿ ਰਹੇ ਸਨ, ਸੱਚ ਕੋ ਮਿਟਾਓਗੇ तो मिटोगे जहान से, डरता नहीं अकाल शहनशाह की शान से। कह रहे हैं हम तुझको खुदा की जुबान से। जिथे साडे सवास रोक दिते, साडा मुंह बंद कर दिता, उत्थे खुदा बोल पिया। सूबिया हुण तू खुदा दे बोलां नूं किवें बंद करेगा। सचमुच जुलमिया हुकूमत जो सदियां तो ਇੱਥੇ ਬਾਬਰ ਕੇ ਜਾਂ ਉਸ ਤੋਂ ਪਹਿਲਾਂ ਪਾਪ ਦੀ ਜੰਜ ਜ਼ੁਲਮ ਦਾ ਰਾਜ ਲੈ ਕੇ ਆਏ ਸਨ। ਇਹ ਦੇਸ਼ ਦੀ ਬਹੁਤ ਵੱਡੀ ਸੇਵਾ ਸੀ ਕਿ ਇਸ ਦੇਸ਼ ਦੀ ਗੁਲਾਮੀ ਨੂੰ ਦੂਰ ਕਰਨ ਵਾਸਤੇ, ਡੂੰਘੀਆਂ ਗੁਲਾਮੀ ਦੀਆਂ ਜੜ੍ਹਾਂ ਪੁੱਟਣ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਰਬੰਸ ਤੱਕ ਦੀ ਕੁਰਬਾਨੀ ਕੀਤੀ। ਇਹ ਦੇਸ਼ ਲਈ ਸੀ, ਮਨੁੱਖਤਾ ਲਈ ਸੀ, ਧਰਮ ਲਈ ਸੀ, ਮਾਨਵਤਾ ਦੇ ਸੱਚਮੁੱਚ ਹੱਕ ਤੇ ਸੱਚ ਦੇ ਵਿੱਚ ਸੀ। ਕਿਉਂਕਿ ਅਸਲ ਵਿੱਚ ਸੂਰਮਾ ਹੈ ਹੀ ਉਹ, ਮਰਨ ਮੁਨਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੇ ਆਖੀਆਂ, ਦਰਗਾਹ ਪਾਵੇਂ ਸਾਚੀ ਮਾਣੋ। ਸਟੇਜ ਦੀ ਇੱਕ ਮਰਿਆਦਾ ਹੈ ਕਿ ਜਿੰਨਾ ਕੁ ਸਮਾਂ ਤੁਸੀਂ ਤਰਤੀਬ ਬਣਾਈ ਹੁੰਦੀ ਹੈ, ਉਸ ਮੁਤਾਬਕ ਹੀ ਸਮਾਂ ਜਿਹੜਾ ਹੈ ਉਹ ਤਕਸੀਮ ਕੀਤਾ ਜਾਂਦਾ ਹੈ। ਫਿਰ ਵੀ ਜੇ ਸਮਾਂ ਕੋਈ ਵਧੇਰੇ ਲੈ ਗਿਆ ਹੋਵਾਂ ਤੇ ਖਿਮਾ ਦਾ ਜਾਚਕ ਹਾਂ। ਭਾਈ ਸਾਹਿਬ ਭਾਈ ਰਵਿੰਦਰ ਸਿੰਘ ਹੋਰਾਂ ਨੇ ਤਕਰੀਬਨ 45 ਮਿੰਟ ਦਾ ਸਮਾਂ ਦਾਸ ਨੂੰ ਕਿਹਾ ਸੀ, ਕਿਉਂਕਿ ਕਈ ਵਾਰ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਡਿਊਟੀ ਕਰਕੇ ਚੱਲਣਾ ਹੁੰਦਾ ਹੈ ਤੇ ਸਮਾਂ ਜ਼ਰੂਰ ਆਪਾਂ ਪੁੱਛ ਲੈਂਦੇ ਆ ਕਿ ਕਿਤੇ ਕਾਹਲੀ ਨਾ ਕਰਨੀ ਪਵੇ। ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਸੀ, ਉਹਨਾਂ ਨੇ ਕਿਹਾ ਸੀ ਕਿ 45-50 ਮਿੰਟ ਤੁਸੀਂ ਜੋ ਗੁਰ ਇਤਿਹਾਸ ਗੁਰੂ ਕੀ ਬਾਣੀ ਰਾਹੀਂ ਸੰਗਤਾਂ ਦੀ ਸੇਵਾ ਕਰਨੀ ਹੈ, ਉਸ ਮੁਤਾਬਕ ਆਪ ਜੀ ਦੇ ਚਰਨ ਪਰਸੇ ਨੇ। ਕੁਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਉਚੇਚੇ ਤੌਰ ਤੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਤਿਕਾਰਯੋਗ ਸਟੇਜ ਸਕੱਤਰ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਜੌਲ, ਹੋਰ ਜਿੰਨੀਆਂ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐਮਐਲਏ ਸਾਹਿਬ ਜਾਂ ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਜੋ ਹਮੇਸ਼ਾ ਹੀ ਬਾਬਾ ਫਤਿਹ ਸਿੰਘ ਦੇ ਨਾਮ ਦਾ ਜਦੋਂ ਜਕਾਰਾ ਗਜਾਉਂਦੇ ਨੇ ਤੇ ਅੱਜ ਵੀ ਸਾਡੇ ਰੌਂਗਟੇ ਜਿਹੜੇ ਨੇ ਖੜੇ ਹੋ ਜਾਂਦੇ ਨੇ, ਕਿਉਂਕਿ ਸ੍ਰੀ ਅਕਾਲ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇੱਥੇ ਹੀ ਸਮਾਪਤੀ ਹੈ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਧੰਨਵਾਦ। ਬਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। शहीद की जो मौत है वो कौम की हयात है, हयात तो हयात है, बा मौत भी हयात।